ਵਾਹਿਗੁਰੂ ਸਾਹਿਬ ਜੀ। ਆਓ ਰਸਨਾ ਸਾਰੇ ਪਵਿੱਤਰ ਕਰ ਲਓ ਕਿ ਇਹ ਖਾਲੀ ਹੋਈ ਰਹਿੰਦੀ ਆਪਣੀ ਰਸਨਾ। ਕੰਨਾਂ ਦੇ ਵਿੱਚ ਤੇ ਸੁਣਿਆ ਬਹੁਤ ਕੁਛ, ਪਰ ਰਸਨਾ ਦੇ ਨਾਲ ਨਹੀਂ ਕੀਤਾ ਕੁਛ ਵੀ। ਸੋ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਨੇ ਬਚਨ ਕੀਤੇ ਸਨ ਬਈ ਸੰਗਤ ਨੂੰ ਬੇਨਤੀ ਕਰੋ, ਜਦੋਂ ਵੀ ਕਥਾ ਸੁਣਨੀ ਆ ਜਾਂ ਕੀਰਤਨ ਸੁਣਨਾ, ਅੰਦਰੇ ਅੰਦਰ ਜੇਬਾ ਹਿਲਦੀ ਰਹੇ। ਵਾਹਿਗੁਰੂ ਵਾਹਿਗੁਰੂ ਅੰਦਰ ਜੇਬਾ ਦੇ ਨਾਲ ਕਰਨਾ ਹੈ, ਤਾਂ ਕਿ ਸਾਨੂੰ ਲਾਹਾ 10 ਗੁਣਾ ਹੋਰ ਜ਼ਿਆਦਾ ਵੱਧ ਮਿਲੇ। ਜੇਬਾ ਨੂੰ ਆਪਣੀ ਨੂੰ ਖਾਲੀ ਨਾ ਰਹਿਣ ਦਿਓ। ਨੇਤਰਾਂ ਦੇ ਨਾਲ ਗੁਰਾਂ ਦੇ ਦਰਸ਼ਨ ਕਰਦੇ ਰਹੋ, ਮਹਾਂਪੁਰਖਾਂ ਦੇ ਸੰਗਤ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਕਥਾ ਕੀਰਤਨ ਸ਼ਰਵਣ ਕਰੋ। ਪਿਆਰ ਨਾਲ ਆਓ ਸਭ ਮੂਲ ਮੰਤਰ ਕਰੀਏ, ਆਸ਼ੀਰਵਾਦ ਲਈਏ ਗੁਰਾਂ ਦਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋ ਕਉ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤਖ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਬਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਰਬੱਤ ਸੰਗਤਾਂ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਅਸੀਸ ਝੁਕਾਓ ਅਤੇ ਬੁਲਾਓ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਨਾਜ਼ਰ ਸਤਿਗੁਰੂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸ਼ਬਦ ਅਵਤਾਰ ਆਪ ਨਿਰੰਕਾਰ ਸਤਿਗੁਰੂ ਸੱਚੇ ਪਾਤਸ਼ਾਹ ਬਿਰਾਜਮਾਨ ਹਨ, ਜਿਨ੍ਹਾਂ ਦੇ ਦਰਸ਼ਨਾਂ ਮਾਤਰ ਹੀ ਬਹੁਤ ਫਲ ਹੈ। ਕੇਵਲ ਦੱਸਣ ਨਾਲ ਹੀ ਪਤਾ ਚੱਲਦਾ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਬਚਨ ਇਹ ਸ਼ਰਵਣ ਕੀਤੇ। ਮਹਾਂਪੁਰਖ ਕਹਿਣ ਲੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰਿਸ਼ਟੀ 'ਤੇ ਸਾਡਾ ਭਲਾ ਕਰਨ ਆਏ ਕਲਯੁਗੀ ਜੀਵਾਂ ਦਾ। ਉਹਨਾਂ ਨੇ ਇੰਨਾ ਭਲਾ ਸਾਡਾ ਸੋਚਿਆ ਵੀ ਇਹ ਕਲਯੁਗ ਅੱਗੇ ਤੋਂ ਅੱਗੇ ਬਹੁਤ ਪ੍ਰਭਾਵਸ਼ਾਲੀ ਹੋ ਜਾਣਾ, ਜੀਵਾਂ ਦਾ ਭਲਾ ਵੀ ਅਸੀਂ ਜ਼ਰੂਰ ਕਰਨਾ। ਮਹਾਂਪੁਰਖਾਂ ਨੇ ਇੱਥੋਂ ਤੱਕ ਵੀ ਕਿਹਾ, ਜਿਵੇਂ ਕਲਗੀਧਰ ਮਹਾਰਾਜ ਨੇ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ ਹੈ, 2 ਟਾਈਮ ਮੱਥਾ ਟੇਕਣਾ ਵੀ ਹੁਕਮ ਹੋਇਆ। ਸੋ ਆਪਾਂ ਜੀ ਨੂੰ ਹੁਣ ਸਾਰਿਆਂ ਨੂੰ ਦੱਸਿਆ ਸੀ ਜਪਜੀ ਸਾਹਿਬ ਦੀ ਮਹਾਨਤਾ। ਸੋ ਸਾਡੇ ਸਤਿਕਾਰਯੋਗ ਗਿਆਨੀ
महापुरख जिहड़े ने नंगली वाले भाई गुरविंदर सिंह जी, जिन्हों ने बहुत खजाना संगत नूं हुण बख्शिया। बहुत ही आदि श्री दसम ग्रंथ सर्वलोह प्रकाश बारे बहुत नॉलेज दिती संसार नूं। वो काफ़ी खोज करते रहंदे ने, बहुत उन्होंने आपां नूं पते की गल दसी भी ये जपजी साहब क्यों नाल रखिया जाता है, क्यों प्रकाश किया जाता है। साध संगत ये तां साडे नाल कोई रहे, कोई टकसाल विच समा लावे, कोई किसी महापुरख दे नाल संगत करे, उन्होंने जपजी साहब का ज्ञान हुंदा। साध संगत जिन्ने भी ब्रह्म ज्ञानी बने ने, अकाल पुरख की मेहर होई आ, जपजी साहब दे नाल ब्रह्म ज्ञान की दात प्राप्त होंदी है। पर ये अपने अंदर कोई इन्ना शौक भी है नहीं, तो कोई एक अकाल पुरख वालों उन्हें पिछले जन्मां का भी कोई हिसाब जिहा हुंदा। कई बंदे देखे आ वेले बैठे रहणगे एवें दलिद्र धारिया होया, और 4-4 घंटे गल्लां ही करते रहणगे, 4 घंटे फिर सुते ही रहणगे, टाइम बहुत खराब करते। जब मैं हजूर साहब महापुरखों नाल 1975 पाठ शुरू किए जपजी साहब दे, मैं सोचा मैं नवां जिहा सिंह आया भी चलो मैनू कहणगे संत बई तू 51 पाठ कर लिया कर। संत करतार सिंह जी खालसा कहते भी जिन्हों ने रहना 8-9 सिंह रहे से, असीं कहते भी जिन्हें इत्थे रहना 101 जपजी साहब करना पऊगा उन्होंने, भी वेले की करना 24 घंटे 101 कर लिया करो। मैं नवा सी, मैं इन्ने पाठ कदे कीते नहीं सी। मैं खड़े होके कहा जी मैं रहूँगा, मैं 51 जपजी साहब एक 5 ग्रंथी कर लिया करूँगा। संत कहते क्यों तू रोटी नहीं खाता। मैं संत जरनैल सिंह वाल देखिया, उदों असीं विद्यार्थी सी, वो भी विद्यार्थी सी। मैं इदां ही कीता, संतां नूं भी की कहां, वो कहते तू कह दे हाँ मैं कर लूँगा, नहीं तैनूं इन्हां ने लै जाना वापस। मैं चलो जी मैं कर लूँगा। फिर मैं इस बहाने उन्हां नाल रह पिया उत्थे। साध संगत मैनूं पता कि पहले दिन 19 घंटे लगे सी। तड़के ढाल लिया संतां ने सानूं 1-1:30 बजे, 2 बजे असीं पाठ करन बैठ तां गए। शरीर तो बहुत पतला सी, उदों उम्र 18 साल की सी, थकावट तो पता ही नहीं सुनती की हुंदी है। पर मैं पहले दिन जो पाठ किए मैंने लगा 19 घंटे तो बहुत ज़्यादा है। फिर हौली 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 कहते ने पाठ चलंत हो जाता। जे तुहाडे चों किसी नूं रौल ते बिठाईए ने कदे पाठ नहीं किया, तुसीं 2 घंटे 10 तो 15 अंग ही करोगे बस। जिहड़ा पाठी हुण असीं ऐं ट्रेंड हुंदे आ भी ਇਹਦੀ ਸੰਥਿਆ ਵੀ ਇਹਦੀ ਸਪੀਡ ਕਿਉਂ ਜ਼ਿਆਦੇ। ਜਦੋਂ ਸਾਨੂੰ ਉਸਤਾਦਾਂ ਨੇ ਜਪਜੀ ਸਾਹਿਬ ਕਰਾਇਆ 6 ਮਹੀਨੇ ਲਾਤੇ, ਫਿਰ 5 ਗ੍ਰੰਥੀ ਨੂੰ ਹੀ 6 ਮਹੀਨੇ ਲੱਗ ਗਏ, ਫਿਰ 22-12 ਨੂੰ ਲੱਗ ਗਏ 6 ਮਹੀਨੇ, ਫਿਰ ਭਗਤ ਬਾਣੀ, ਫਿਰ ਪਹਿਲੀ ਪੋਥੀ ਦਾ ਜਦੋਂ ਇੱਕ ਅੰਗ ਪੜ੍ਹਾਉਣਾ, ਕਹਿੰਦੇ ਇਹਨੂੰ ਜਾ ਹੁਣ 25 ਵਾਰ ਪੜ੍ਹ ਕੇ ਆ। ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਟਕਸਾਲ 'ਚ ਹੁੰਦੀ ਆ 25 ਵਾਰ ਪੜ੍ਹਾਈ ਜਾਂਦੀ ਹੈ। 25 ਸਹਿਜ ਪਾਠ ਤਾਂ ਅਸੀਂ ਉਦੋਂ ਹੀ ਕਰ ਲਏ ਸੀ। ਫਿਰ ਜਦੋਂ 2 ਸਾਲਾਂ ਬਾਅਦ ਉਹਦਾ ਭੋਗ ਪਾਇਆ, ਕਹਿੰਦੇ ਹੁਣ ਫਿਰ ਸੰਥਿਆ ਕਰੋ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੀ, ਕੋਈ ਕਸਰ ਨਾ ਰਹਿ ਜੇ। ਹੁਣ ਉਸਤਾਦ ਕਹਿੰਦਾ ਕਰ ਲਿਆ, ਚਲੋ ਹੁਣ 15 ਵਾਰੀ ਫੇਰ ਕਰਕੇ ਆ। 25 ਤੇ 5 30 ਤੇ 10 40 ਸਹਿਜ ਪਾਠ ਹੋ ਗਏ। मतलब जिन्हें ओलंपिक दीयां गेमां जाना तो तड़के 2 बजे उठ के लग्या हुंदा खेडण। तुसीं करना हुंदा एक पाठ, वो भी 20-25 मिनट वो भी रो रो के करना हुंदा। ये जिहड़ा ना वड्डे काम ने, मेरा जी ते करदा तुहानूं इत्थे बन्ह लईए फड़ के गेट ला लईए सारे ते तुहानूं कहीए घर नहीं जाना, बस इत्थे पहलां पाठ करो बह के। उदां तुसीं कदे भी नहीं करने। आ ज्ञानी जी हुण कह रहे सी मूल मंत्र करया करो, वाहिगुरू मंत्र करया करो,
मैं क्या इन्हों ने करना किते, इन्हों ने इत्थों की लंघ ही गल सारी। इहदा ध्यान तो हैगा भी किहड़े वेले हटना, ये लंगर छकीए घर नूं जाइए, वो तो पैसे लैने उन्होंने देने आ, कणक दा करना आ करना। इन्हें कोई नहीं पाठ करने वाला, कहदा 2-4 जने 10 जने बैठे भी होए तो पाठ करने वाले, क्योंकि ये अपना भला सोच ही नहीं सकते, ना ये सिੱਖੀ नूं कमाउण ना उस पासे जाण, बस उहदा ही रौले वाले सिੱਖ ने। पर यह गल आ भी एक दिन फिर तुहानूं ना तंगी हुंदियां 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 इत्थे तक आना, फिर तुहानूं साह लैना भी औखा कर देना कलयुग ने। अखीर तुहानूं उत्थे ही आउणा पैना। फिर पहलां ना तुसीं आ रहे, कलगीधर महाराज ये बचन इदों करदे हुंदे आ, संतां महात्मा नाल करदे ने, वो सानूं कोई दसदे रहिंदे आ कई भी महाराज ने आ बचन किया जा किया, बड़ी पुरानी गल है। महाराज कहने पहला तो असीं इन्हां नूं कहने इहनूं चल देखदे हां की करदा है, कहने पहला असीं काफ़ी समा दिंदे आ, कहने जे ये ना करे फिर असीं अपना तरीका वरत लैंदे आ। उन्हां कोल भी फिर हैगा तरीका तुहानूं कराउण दा, हाले तो तुहानूं मौका ही दिता होया भी पाठ कर लो। और जिहड़ा जिस पासे तुसीं चल पे हो ना सारा पंथ, पैसे इकट्ठे करना, काम करना, वो काम करना, ये काम तुहाडा नहीं सी जो तुसीं कर रहे हो। तुसीं बड़े खुश हो भी असीं इन्नी ऐतकी पैली ले ली, असीं इन्नी कणक बीज ली, असीं इन्ना कर लिया, असीं हुण नवां ट्रैक्टर लिया, नवीं गड्डी लई, काका बाहर चल गया, उत्थे हुण सैट हो गया, हुण इन्ने पैसे आ की गए, तूड़ी इकट्ठी करनी है, उत्थे की लैके जाना। पर लोक विच ये चीज़ां जाणियां नहीं। जो भी आपां कमाउने आ दुनिया च दूजिਆਂ ਲਈ हो रहा, जाण वेले छड्ड जाना। मेहनत नाल कमाई दा आपां नूं दुख आ जे कोई खराब करदा। अपने मरण तो बाद साडे बच्चिਆਂ ने वो इदां उड़ाउणे पैसे, क्यों उन्होंने कमाए ही नहीं है। जिन्हें कमाए हुंदे आ उहनूं दुख हुंदा खर्चण दा, बच्चिਆਂ नूं काहदा दुख, वो तो ऐश करदे मुड़ के। इस करके जिहड़ा कर्म करन आए आ वो कर्म कोई भी नहीं कर रहा। पता नहीं ये की दलिद्र छाया सारिਆਂ ਦੇ ਉੱਤੇ। पुराने सिंह हुंदे सी, बड़ा नितनेम करदे सी, बड़ी बंदगी करदे सी। सहिजे ही एक तो डंडे वाला है नहीं सिर ते कोई। बाबा ईश्वर सिंह जी राड़े वाले महापुरख, दराहा नहर उत्थों अगे लंघदी राड़ा साहब दे, मैं सुनिया पुराने सिंघां तो भी किवें कराउंदे सी। तड़के 2 वजे पूरे इशनान करके उत्थे पहुंचना हुंदा सी, रजिस्टर उन्हां दे कोल हुंदा सी, हाज़री लगदी सी भी वो आ गया वो आ गया। जे कोई 2-3 मिनट लेट हो गया, बाबा जी ने सिर्फ ऐ झाकना उहदे हल, ते नेत्र उन्हां दे इदां दे सी भी जदों ऐ झाकदे सी ना बंदे उदां ही जान निकल जांदी भी ये कल तो नहीं होना चाहिए। चंगा 2 मिनट पहलां आके बहना। पूरी वो जी नहर की पटड़ी के उत्ते लाइन लगी हुंदी सी, तड़के आप डंडा लैके 2 वजे बंदगी कराउणी। उन्हां दे हुंदिआं किन्निआं दे 10वें द्वार खुले, किन्निआं दीआं अवस्थावां बणीਆਂ, किन्निआं ते किरपा कीती, किन्ने लोग लाए। उन्हां दे संगी अज भी जे कोई पुराना एक अद्धा बैठा होण ते वैसे उन्हां दे समय दे घट रह गए बंदे। कलकत्ते भी मिले सी मैनूं सिंह, असीं काफ़ी साडा लिंक सी उन्हां नाल, महापुरुषां नाल। वो हुण भी 32 वाला मूल मंत्र दियां सवेरे कर लेंगे। ਜਿਹੜੇ ਬੰਦੇ ਨੂੰ 60 ਸਾਲ ਹੋ ਗਏ 32 ਮਾਲਾ ਕਰਦੇ, ਉਹਨਾਂ ਇੰਨੀ ਚਲੰਤ ਹੈ ਬਾਣੀ ਕਿ 2 ਘੰਟੇ 'ਚ 32 ਮਾਲਾ ਕਰ ਜਾਂਦੇ ਆ। ਤੁਸੀਂ ਆਖੋਗੇ ਇਹ ਹੁਣ ਗੱਪ ਹੈ, ਨਹੀਂ। ਅਸੀਂ 40 ਸਹਿਜ ਪਾਠ ਸੰਥਿਆ ਵੇਲੇ ਕਰਤੇ, ਤੇ ਸੁਭਾਵਿਕ ਉਹ ਸਾਨੂੰ ਰੱਟਾ ਇੰਨਾ ਲੱਗ ਗਿਆ ਪਾਠ ਦਾ, ਇੰਨੇ ਕੰਠ ਹੋ ਗਏ ਆ ਵੀ ਜਦੋਂ ਅਸੀਂ ਰੌਲ ਲਾਉਂਦੇ ਆ ਤਾਂ ਸਾਡੀ ਸਪੀਡ ਦੂਜੇ ਨਾਲੋਂ ਕਿਤੇ ਜ਼ਿਆਦਾ ਹੁੰਦੀ। ਹੁਣ ਸਾਨੂੰ ਸੁਖਮਨੀ ਸਾਹਿਬ ਕੰਠ ਹੈ, 5 ਗ੍ਰੰਥੀ ਸਾਰੀ ਕੰਠ ਹੈ, ਤੇ ਜਦੋਂ ਉਹ ਪਾਠ ਹੋਣਾ ਉਦੋਂ ਤੇ ਸੁਭਾਵਿਕ ਹੀ ਪਾਠ ਨੇ ਤੇਜ਼ ਹੋ ਜਾਣਾ। ਮੈਂ ਇਹਦੀ ਇੱਕ ਉਦਾਹਰਣ ਦਿੰਦਾ। ਰੋਡੇ ਪਿੰਡ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਗਏ ਹੋਏ ਸੀ। ਸ਼ਾਮ ਦੇ ਵਕਤ ਇੱਕ ਮਾਤਾ ਆ ਗਈ, ਬਹੁਤ ਸ਼ਰਧਾ ਸੀ। ਮਾਤਾ ਬਜ਼ੁਰਗ ਸੀ, ਕਹਿੰਦੀ ਮਹਾਰਾਜ ਜੀ ਅਖੰਡ ਪਾਠ ਸਾਹਿਬ ਕਰਾਉਣਾ ਸੀ ਤੇ ਤੁਸੀਂ ਹੁਣ ਚੱਲੇ, ਪਰ ਮੈਂ ਕਰਾਉਣਾ ਜ਼ਰੂਰ ਆ। ਮਹਾਂਪੁਰਖ ਕਹਿੰਦੇ ਜੇ ਤਾਂ ਅੱਜ ਸਵੇਰੇ ਰੱਖਦੇ ਫਿਰ ਤਾਂ ਪਰਸੋਂ ਨੂੰ ਭੋਗ ਪੈ ਜਾਂਦਾ, ਤੇ ਪਰਸੋਂ ਜਥੇ ਨੇ ਜਾਣਾ। ਕਹਿੰਦੀ ਮਹਾਰਾਜ ਜਿਵੇਂ ਮਰਜ਼ੀ ਕਰੋ, ਮੈਨੂੰ ਨਹੀਂ ਪਤਾ।
ਸੰਤ ਕਹਿੰਦੇ ਹੁਣ ਬਈ ਸ਼ਰਧਾ ਵੀ ਬਹੁਤ ਆ, ਕਈਆਂ ਦੀ ਸ਼ਰਧਾ ਬੜੀ ਹੁੰਦੀ। ਕਹਿੰਦੇ ਕਰਤਾਰ ਸਿਆਂ ਲਿਆ ਫਿਰ ਪਾਠੀ ਬੁਲਾ ਕੇ। ਕਿਹੜੇ ਕਿਹੜੇ ਪਾਠੀ ਲਾਏ? ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਜਿਹੜੇ ਅੱਜ ਪਿੰਡੇ ਰਹਿੰਦੇ ਆ, ਇੱਕ ਭਾਈ ਬਚਿੱਤਰ ਸਿੰਘ ਜੀ ਰਾਗੀ, ਦੋ ਸੰਤ ਕਰਤਾਰ ਸਿੰਘ ਜੀ ਖਾਲਸਾ, ਸੰਤ ਗੁਰਬਚਨ ਸਿੰਘ ਜੀ ਖਾਲਸਾ ਤੇ ਸੰਤ ਕਿਰਪਾਲ ਸਿੰਘ ਜੀ ਰੋਡਿਆਂ ਪਿੰਡ ਦੇ ਸੀ। 5 ਪਾਠੀ ਇਹ ਲੱਗੇ ਸੀ। ਜਪਜੀ ਸਾਹਿਬ ਵਾਲੇ 5 ਸਿੰਘ ਲਾਤੇ। ਜਿਹੜਾ ਬੈਠੇ 200 ਅੰਗ ਕਰਕੇ ਹੀ ਉੱਠੇ 2 ਘੰਟਿਆਂ 'ਚ। ਸਵੇਰ ਨੂੰ ਮੱਧ ਦੇ ਬਰਾਬਰ ਲਿਆ ਕੇ ਸਿੰਘਾਂ ਦੇਤਾ ਪਾਠ। ਕਹਿ ਲੈ ਵੀ ਸਿੰਘੋ ਹੁਣ ਤੁਸੀਂ ਰੌਲ ਲਾਈ ਜਾਓ ਆਪਣੀ। ਕਿਉਂ? ਜਿਹਨੇ ਅਭਿਆਸ ਕੀਤਾ ਉਹ ਬੰਦੇ ਦਾ ਆਪਣਾ ਹਿਸਾਬ ਆ। ਅੱਜ ਨਵਾਂ ਬੰਦਾ ਗੱਡੀ ਸਿੱਖਿਆ, ਉਹਨੂੰ ਆਖੋ ਸਾਡੇ ਨਾਲ ਪਟਿਆਲੇ ਨੂੰ ਚੱਲੇ, ਅਸੀਂ ਤੇ ਜਾਣਾ 100 ਤੇ 90 ਤੇ 120 ਤੇ ਉਹ ਇੱਥੇ ਹਾਈਵੇ ਤੇ ਚੜ੍ਹਦਿਆਂ ਸਾਰ ਡਰ ਜਾਊਗਾ ਵੀ ਮੈਥੋਂ ਨਹੀਂ ਚੱਲਦੀ, ਇੱਥੇ ਨਹੀਂ ਚੱਲਣੀ ਮੈਥੋਂ ਗੱਡੀ। ਨਵੇਂ ਤੇ ਪੁਰਾਣੇ ਬੰਦੇ ਦਾ ਬਹੁਤ ਫਰਕ ਹੁੰਦਾ। ਇਹ ਜਦੋਂ ਮੈਂ 19 ਘੰਟੇ 'ਚ ਪਾਠ ਕੀਤੇ, ਫਿਰ ਹੌਲੀ ਹੌਲੀ 18 17 ਕਰਦੇ ਕਰਦੇ ਫਿਰ ਇੱਕ ਅੰਦਰ ਸੋਝੀ ਜੀ ਪੈ ਗਈ ਵੀ ਇੱਦਾਂ ਹੌਲੀ 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 ਸੈਟਿੰਗ ਜੀ ਹੁੰਦੀ ਹੁੰਦੀ 40ਵੇਂ ਦਿਨ ਮੇਰੇ 8 ਘੰਟੇ ਲੱਗੇ ਸਿਰਫ। ਮੈਂ ਸੋਚਿਆ ਹੁਣ 5 ਮਿੰਟ 'ਚ ਜਪਜੀ ਸਾਹਿਬ ਨੇ, ਮੈਂ ਉਦੋਂ ਸੋਚਿਆ ਵੀ 25 ਪਾਠ ਜੇ ਮੈਂ ਰੋਜ਼ ਕਰੀ ਜਾਵਾਂ ਤਾਂ ਕੋਈ ਜ਼ਿਆਦਾ ਔਖੇ ਨਹੀਂ, 2 ਘੰਟੇ 'ਚ ਹੋ ਜਾ ਕਰਨਾ। ਤੁਸੀਂ ਇੱਦਾਂ ਨਹੀਂ ਸੋਚਦੇ। ਇੱਥੇ ਤੇ ਮੈਂ ਰੋਂਦਲ ਸਿੱਖ ਇਹੋ ਜਿਹੇ ਦੇਖੇ ਨੇ, 5 ਬਾਣੀਆਂ ਪੜ੍ਹਨ ਲੱਗੇ ਰੋਈ ਜਾਂਦੇ, ਰੋਈ ਅੱਖਾਂ 'ਚ ਅੱਥਰੂ ਆਉਣ ਲੱਗ ਜਾਂਦੇ ਆ। ਜਾਪ ਸਾਹਿਬ ਕਰਨ ਲੱਗਿਆ ਇੰਨੀ ਜਾਨ ਨਿਕਲਦੀ ਹੈ, ਤੁਸੀਂ ਲੱਗਦੇ ਨੇ ਵੀ ਉਹ ਸਿੱਖੋ ਤੁਸੀਂ ਮਹਾਰਾਜ ਦੇ। ਫਿਰ ਕਈ ਜਾਣਗੇ ਸਾਡੇ ਉਪਰੀ ਕਸਰ ਆ, ਕੋਈ ਕਹਿੰਦਾ ਸਾਡੇ ਆਹ ਘਰ 'ਚ ਬਿਮਾਰੀਆਂ, ਕੋਈ ਕਹਿੰਦਾ ਸਾਡੇ ਬਰਕਤ ਨਹੀਂ, ਸਾਡੇ ਨਿਆਣੇ ਨਹੀਂ ਆਖੇ ਲੱਗਦੇ। ਉਹ ਜਿਹੜਾ ਜਾਪ ਸਾਹਿਬ ਦਾ ਪਾਠ ਹੈ ਇਹੀ ਕੰਮ ਕਰਦਾ। ਆ ਜਿਹੜੀ ਕੰਬਾਈਨ ਚੱਲੂਗੀ ਹੁਣ ਖੇਤਾਂ 'ਚ ਵੇਖਿਓ, ਸ਼ਾਮ ਨੂੰ ਸਾਰਾ ਖੇਤ ਵੱਢਿਆ ਹੁੰਦਾ। ਜਾਪ ਸਾਹਿਬ ਇਹੀ ਕੰਮ ਕਰਦਾ, ਕੰਬਾਈਨ ਵਾਂਗੂ ਪਾਪਾ ਨੂੰ ਵੱਢਦਾ ਹੀ ਤੁਰਿਆ ਜਾਂਦਾ। ਬਾਬਾ ਅਜੀਤ ਸਿੰਘ ਜੀ ਹੰਸਿਆਲੀ ਵਾਲੇ ਮੈਨੂੰ ਕਹਿੰਦੇ, ਭਾਈ ਜਿਹਦੇ ਵੀ ਇਹੋ ਜਿਹੀ ਕੋਈ ਗੱਲ ਹੁੰਦੀ ਨਾ, ਉਹ ਵਾਧੀਆਂ ਹੁੰਦੀਆਂ ਮਾੜੀਆਂ ਚੀਜ਼ਾਂ ਘਰ 'ਚ, ਕਹਿੰਦੇ ਉਹਨੂੰ 5 ਜਾਂ 10 ਜਾਪ ਸਾਹਿਬ ਦੇ ਪਾਠ ਲਾ ਦਿਆ ਕਰੋ। ਕਹਿੰਦੇ ਭਾਈ ਜਦ ਜਾਪ ਸਾਹਿਬ ਹੁੰਦਾ ਨਾ, ਜਿਹੜੇ ਭੂਤ ਪ੍ਰੇਤ ਜੇ ਇਹਨਾਂ ਦੇ ਚੀਕਾਂ ਪੈਣ ਲੱਗ ਜਾਂਦੀਆਂ। ਕਹਿੰਦੇ ਭਾਈ ਉਹ ਜਿਹੜਾ ਕਰਨਾ ਉਹ ਤੁਸੀਂ ਕਰਦੇ ਹੀ ਨਹੀਂ। ਸਬਜ਼ੀ ਕੱਲੀ ਸਬਜ਼ੀ ਦੇ ਵਿੱਚ ਸਾਰਾ ਕੁਝ ਹੀ ਪੈਂਦਾ। ਜੇ ਲੂਣ ਨਾ ਪਾਓ ਤਾਂ ਨਹੀਂ ਸਬਜ਼ੀ ਸਵਾਦ, ਜੇ ਮਿਰਚ ਨਾ ਪਾਓ ਤਾਂ ਨਹੀਂ ਸਬਜ਼ੀ ਸਵਾਦ, ਜੇ ਮਸਾਲਾ ਨਹੀਂ ਪਾਇਆ ਤਾਂ ਨਹੀਂ ਸਵਾਦ। ਮਹਾਂਪੁਰਖ ਕਹਿੰਦੇ ਸੀ ਇਹ ਇੱਕ ਸੰਪਟ ਲਾਇਆ ਕਲਗੀਧਰ ਮਹਾਰਾਜ ਨੇ। ਹੁਣ ਕਈ ਕਹਿੰਦੇ ਸਾਨੂੰ ਸੰਪਟ ਨਹੀਂ ਪਤਾ ਕੀ ਹੁੰਦਾ। ਜਿਹੜੇ ਵੈਦ ਨੇ ਉਹਨਾਂ ਨੂੰ ਪਤਾ ਸੰਪਟ ਆਪਾਂ ਲਾਉਂਦੇ ਹਾਂ ਦਵਾਈ ਬਣਾਉਣ ਵੇਲੇ। ਸੰਪਟ ਹੁੰਦਾ ਜਦੋਂ ਅਸੀਂ ਇੱਕ ਤੌੜੀ ਜੀ ਲੈ ਕੇ ਨਾ ਮਿੱਟੀ ਦੀ, ਇਹ ਜੇ ਇੱਕ ਲੇਅਰ ਰੱਖੀ ਦੀ ਹੈ, ਸੰਤ ਹਰੀ ਬੂਟੀ ਕਹਿੰਦੇ ਹੁੰਦੇ ਸਿੱਧਾ ਸੁੱਖਾ ਰੱਖਦੇ ਆ, ਉਹਦੇ ਤੇ ਪਾਰਾ, ਫਿਰ ਉਹ ਲੇਅਰ ਲਾਈ ਦੀ ਆ, ਫਿਰ ਪਾਰਾ, ਇੱਦਾਂ ਕਰਕੇ ਉੱਤੇ ਢੱਕਣ ਲਾ ਕੇ ਚਾਰੇ ਪਾਸਿਓਂ ਆਟੇ ਜਾਂ ਮਿੱਟੀ ਨਾਲ ਬੰਦ ਕਰਕੇ ਫਿਰ ਇੱਕ ਪਾਥੀਆਂ ਦਾ ਵੱਡਾ ਢੇਰ ਲਾਇਆ ਜਾਂਦਾ। ਫਿਰ ਉਹਨੂੰ ਅੱਗ ਲਾਈ ਜਾਂਦੀ ਹੈ, ਫਿਰ ਉਹ ਸਾਰੀ ਰਾਤ ਚੱਲਦਾ ਰਹਿੰਦਾ ਹੈ। ਉਹ ਜਿਹੜਾ ਇੱਕ ਲੇਅਰ ਉਹਦੀ ਹੈ, ਇੱਕ ਪਾਰਾ, ਇੱਕ ਉਹਦੀ, ਇੱਕ ਪਾਰਾ, ਇੱਦਾਂ ਹਰੇਕ ਦਵਾਈ ਮਾਰੀ। ਇਹਨੂੰ ਸੰਪਟ ਕਹਿੰਦੇ। ਸੰਪਟ ਲਾਤਾ ਤੇ ਉੱਤੇ ਢੱਕਣ ਜਿਹੜਾ ਉਹ ਬੰਦ ਕਰਤਾ। ਜਿੱਥੇ ਸੰਪਟ ਪਾਠ ਹੁੰਦੇ ਉੱਥੇ ਇੱਕ ਸਿੰਘ ਜਿਹੜਾ, ਇੱਥੇ ਵੀ ਭਾਈ ਬਲਜੀਤ ਸਿੰਘ ਆਉਂਦੇ ਨੇ। ਮੈਂ ਮਹਾਂਪੁਰਖਾਂ ਦੇ ਨਾਲ ਜਦੋਂ ਬਾਬਾ ਅਜੀਤ ਸਿੰਘ ਬਰਸੀ ਤੇ ਆਇਆ ਸੀਗਾ ਤਾਂ ਉਧਰ ਬਾਹਰ ਪੰਡਾਲ ਦੇ ਵਿੱਚ, ਤਾਂ ਉਦੋਂ ਉਹਨਾਂ ਦੱਸਿਆ ਕਹਿੰਦੇ ਉੱਥੇ 20 25 30 ਜਾਣੇ ਨਾ ਹੋਰ ਹੀ ਪਾਠੀ ਜੇ ਇਕੱਠੇ ਹੋ ਕੇ ਆ ਗਏ, ਆ ਮਿਸ਼ਨਰੀਏ ਜੇ ਆ ਗਏ, ਤੁਸੀਂ ਸੰਪਟ ਕਰਦੇ ਹੋ, ਤੁਸੀਂ ਇੱਦਾਂ ਕਰਦੇ ਹੋ। ਤੇ ਉਹ ਕਹਿੰਦੇ ਕਿੱਥੇ ਮਰਿਆਦਾ ਲਿਖੀ ਆ? ਉਹ ਕਹਿੰਦੇ 52 ਅੱਖਰੀ ਪੜ੍ਹੀ ਆ। ਕਹਿੰਦੇ ਪੜ੍ਹੀ ਆ। ਕਹਿੰਦੇ ਉਹ ਸੰਪਟ ਹੀ ਆ, ਹੋਰ ਕੀ ਆ? ਕਹਿੰਦੇ ਅੱਛਾ। ਕਹਿੰਦੇ ਪਹਿਲਾਂ ਸ਼ਲੋਕ ਆ, ਫਿਰ ਪੌੜੀ ਆ, ਫਿਰ ਸ਼ਲੋਕ ਆ, ਫਿਰ ਪੌੜੀ। ਉਹਦੇ 'ਚ ਸੰਪਟ ਕਿੱਥੇ ਲੱਗਿਆ? ਪਹਿਲਾਂ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ, ਫਿਰ ਐਂਡ ਤੇ ਜਾ ਕੇ ਗੁਰਦੇਵ ਮਾਤਾ ਗੁਰਦੇਵ ਪਿਤਾ। ਇਹੋ ਸ਼ਲੋਕ ਆਦ ਅੰਤ ਪੜ੍ਹਨਾ, ਇਹ ਸੰਪਟ ਹੈ। ਉਹ 25 30 ਪਾਠੀ ਚੁੱਪ ਕਰਕੇ ਉੱਠ ਕੇ ਚਲੇ ਗਏ। ਕਹਿੰਦਾ ਆਪਾਂ ਨਹੀਂ ਜਿੱਤ ਸਕਦੇ ਇਹਨੂੰ, ਕਿਉਂਕਿ ਜਿਹੜੀਆਂ ਪੁਰਾਤਨ ਮਰਿਆਦਾਵਾਂ ਚੱਲੀਆਂ ਉਹ ਮੈਂ ਨਹੀਂ ਚਲਾਈਆਂ, ਜਾਂ ਮੇਰੇ ਤੋਂ ਪਹਿਲਿਆਂ ਨੇ ਵੀ ਨਹੀਂ ਚਲਾਈਆਂ। ਇਹ ਤਾਂ ਜਦੋਂ ਸ੍ਰੀ
ਹਜੂਰ ਸਾਹਿਬ ਕਲਗੀਧਰ ਮਹਾਰਾਜ ਅੰਤਮ ਸਮੇਂ ਤੇ ਜਾਣ ਲੱਗੇ 4 ਦਿਨ ਪਹਿਲਾਂ ਆ ਮੁਕਤ ਮਾਰਗ ਗ੍ਰੰਥ ਲਿਖਵਾਇਆ ਸੀ, ਜਿਹੜਾ ਹੁਣ ਤੱਕ ਸਿਰਫ ਖਰੜਾ ਹੀ ਪਿਆ ਰਿਹਾ ਲਿਖਤੀ ਰੂਪ ਦੇ ਵਿੱਚ। ਉਦੋਂ ਮਹਾਰਾਜ ਨੇ ਕਿਹਾ ਸੀ ਜੇ ਪੰਥ ਉੱਤੇ ਕੋਈ ਸੰਕਟ ਆ ਜੇ ਤਾਂ ਸੰਪਟ ਲਾ ਕੇ ਪਾਠ ਕਰਿਓ। ਕਈ ਚੀਜ਼ਾਂ ਮੇਰੇ ਕੋਲ ਕਈ ਮਹਾਂਪੁਰਖ ਦੱਸ ਦਿੰਦੇ ਆ, ਕਿਉਂਕਿ ਮੈਂ ਤਾਂ ਕਰਨੀਆਂ ਨਹੀਂ। ਤੁਹਾਨੂੰ ਸਹੀ ਗੱਲ ਦੱਸਣਾ, ਕਹੇ ਮੈਂ ਕਿਸੇ ਮਹਾਂਪੁਰਖ ਨੂੰ ਕਿਹਾ ਸੀ ਬਈ ਬੰਦਗੀ ਮੈਂ ਕਰਨੀ ਚਾਹੁੰਦਾ, ਤੁਸੀਂ ਮੈਨੂੰ ਕਥਾ ਤੇ ਲਾਤਾ, ਤੇ ਬੰਦਗੀ ਮੇਰੀ ਇੱਛਾ ਸੀ ਕਰਨ ਦੀ। ਉਹ ਕਹਿੰਦੇ ਜਾਂ ਚੱਲੋ ਜਾਂ ਚਲਾਓ। ਚੱਲੋਗੇ ਇਕੱਲੇ ਚੱਲੋਗੇ, ਚਲਾਓਗੇ ਲੱਖਾਂ ਨੂੰ ਚਲਾਓ। ਕਿਹੜੀ ਗੱਲ ਕਰਨੀ ਹੈ? ਇਕੱਲਾ ਬਹਿ ਕੇ ਕਰੇਗਾ ਇੱਕ ਗੁਣਾ ਫਲ ਹੈ, ਤੇ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਛਕਾਓ, ਬਾਣੀ ਪੜ੍ਹਨ ਲਾਓ ਤੇ ਲੱਖਾਂ ਗੁਣਾ ਫਲ ਹੈ। ਕਿਹੜਾ ਲੈਣਾ? ਕਹਿੰਦੇ ਉਹਦੇ ਜ਼ਿਆਦਾ ਫਲ ਆਪਾਂ ਨੂੰ। ਤੇ ਇਸ ਕਰਕੇ ਇਹ ਜਿਹੜਾ ਮਹਾਂਪੁਰਖਾਂ ਨੇ ਜਾਂ ਚੱਲੋ ਜਾਂ ਚਲਾਓ, ਤੇ ਇਸ ਕਰਕੇ ਇਹ ਗੱਲ ਜਿਹੜੀ ਹੁੰਦੀ ਆ ਤਾਂ ਦੱਸੀ ਦੀ ਆ ਵੀ ਤੁਸੀਂ ਜਦੋਂ ਦਾਸ ਨੇ ਸੰਗਤ ਨੂੰ ਸਾਰੀ ਨੂੰ ਬੇਨਤੀ ਕਰਤੀ ਵੀ ਆਹ ਪਾਠ ਇੱਦਾਂ ਕਰਨਾ, ਆਹ ਪਾਠ ਇੱਦਾਂ ਕਰਨਾ। ਕੋਈ ਹੁਣ ਦਿਨੋਂ ਦਿਨ ਸੰਗਤ ਦੇਖੋ, ਅੱਜ ਤੋਂ 50 ਸਾਲ ਪਹਿਲਾਂ ਲੋਕ ਇੰਨੇ ਦੁਖੀ ਨਹੀਂ ਸੀ ਜਿੰਨੇ ਹੁਣ ਦੁਖੀ ਹੈ। ਹੁਣ ਮੇਰੇ ਕੋਲ ਜਾਂ ਮਹਾਂਪੁਰਖਾਂ ਕਿੱਦਾਂ ਕੋ ਮੈਂ ਜਾਂਦਾ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਾ ਕੋ ਮੈਂ ਖੜਾ ਤੇ ਐਡੀ ਲੰਬੀ ਲਾਈਨ ਲੱਗੀ। ਮੈਨੂੰ ਬਾਬਾ ਜੀ ਕਹਿੰਦੇ ਆ ਖੜ ਜਾ ਉਰੇ ਦੇਖ ਲੈ ਤੂੰ ਵੀ ਇਹ ਕੀ ਕਹਿੰਦੇ ਆ। ਮੈਂ ਕਿਹਾ ਮੈਂ ਦੇਣ ਇੱਕ ਬਾਬਾ ਜੀ ਲੱਕ ਬੜਾ ਦੁਖਦਾ, ਬਾਬਾ ਜੀ ਸਿਰ ਬੜਾ ਦੁਖਦਾ, ਮੁੰਡੇ ਨਹੀਂ ਆਖੇ ਲੱਗਦੇ, ਪਾਸਪੋਰਟ ਨਹੀਂ ਬਣਦਾ, ਬਾਬਾ ਜੀ ਵੀਜ਼ਾ ਨਹੀਂ ਲੱਗਦਾ, ਟਰੱਕ ਉਲਟ ਜਾਂਦਾ। 100 200 300 ਬੰਦਾ ਲੰਘ ਗਿਆ, ਫਿਰ ਇੱਕ ਬੰਦਾ ਆਇਆ, ਬਾਬਾ ਜੀ ਸਿੱਖੀ ਬਖਸ਼ੋ, ਕਿਰਪਾ ਕਰੋ, ਨਾਮ ਜਪਿਆ ਕਰੀ। ਕਹਿਲਾ ਇੱਕ ਆਇਆ ਬਸ। ਕਹਿੰਦੇ 500 ਬੰਦੇ ਤੋਂ ਬਾਅਦ ਇੱਕ ਬੰਦਾ ਆਉਂਦਾ ਜਿਹੜਾ ਕਹਿੰਦਾ ਕਿ ਨਾਮ ਦੀ ਦਾਤ ਬਖਸ਼ੋ, ਸਿੱਖੀ ਮਿਲੇ। ਕਹਿੰਦਾ ਹੈ ਨਹੀਂ ਕੋਈ। ਇਹ ਅੱਜ ਤੋਂ 10-15 ਸਾਲ ਪੁਰਾਣੀ ਗੱਲ ਹੈ। ਹੁਣ ਜੇ 1000 ਬੰਦੇ ਦੀ ਵੀ ਲਾਈਨ ਲਾ ਲਓ, ਇੱਕ ਵੀ ਨਾ ਨਿਕਲੂਗਾ ਸਿੱਖੀ ਤੇ ਨਾਮਦਾਨ ਵਾਲਾ। ਸਾਡੇ ਆਹ ਰੋਗ ਹੈ, ਸਾਡੇ ਇਦਾਂ ਹੋ ਗਿਆ, ਸਾਡੇ ਪੈਸੇ ਨਹੀਂ ਬਚਦੇ, ਸਾਡਾ ਇਸ ਤਰ੍ਹਾਂ ਹੋ ਗਿਆ। ਘਰੇਲੂ ਮੁਸੀਬਤਾਂ ਲੈ ਲੈ ਕੇ ਸਾਰੇ ਜਣੇ ਆਈ ਜਾਂਦੇ। ਬਿਮਾਰੀਆਂ ਬਹੁਤ ਲੱਗੀਆਂ ਹੋਈਆਂ, ਔਰ ਬਿਮਾਰੀਆਂ ਵੀ ਇਦਾਂ ਦੀਆਂ ਨੇ ਕਿ ਡਾਕਟਰਾਂ ਨੂੰ ਵੀ ਵਿਚਾਰਿਆਂ ਨੂੰ ਸਮਝ ਨਹੀਂ ਲੱਗਦੀ ਹੁਣ ਕਰੀਏ ਕੀ। ਇਸ ਤਰ੍ਹਾਂ ਦੀਆਂ ਬਿਮਾਰੀਆਂ ਆਪੋਜਿਟ ਨੇ। ਕਹਿੰਦੇ ਜੇ ਇਹ ਗੋਲੀ ਲਈ ਇਹ ਦਵਾਈ ਖਾਂਦੇ ਆ, ਇਹਦੇ ਨਾਲ ਉਹ ਵੱਧ ਜਾਂਦਾ, ਦੂਜੀ ਬਿਮਾਰੀ ਵੱਧ ਜੇ, ਇਹਦੇ ਲਈ ਉਹ ਖਾਂਦੇ ਉਹ ਵੱਧ ਜਾਂਦੀ ਹੈ। ਦੱਸੋ ਹੁਣ ਕੀ ਕਰੀਏ? ਕਿਉਂਕਿ ਅਖੀਰ ਤੁਹਾਨੂੰ ਵੀ ਇਹੀ ਕਹਿਣਾ ਪੈਣਾ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਰ। ਇੱਕ ਸਿੰਘ ਮੇਰੇ ਕੋਲ ਆ ਗਿਆ, ਮੈਂ ਹੁਣ ਬਾਹਰਲੇ ਦੇਸ਼ ਰਹਿੰਦਾ ਸੀ। ਉਹ ਕਹਿੰਦਾ ਜੀ ਹੁਣ ਡਾਕਟਰ ਕਹਿੰਦੇ ਨਾ ਸਾਡੇ ਹੱਥ ਖੜੇ ਆ, ਤੂੰ ਨਹੀਂ ਠੀਕ ਹੋ ਸਕਦਾ। ਕਹਿੰਦੇ ਫੇਰ? ਕਹਿੰਦੇ ਜਾ ਤੂੰ ਦਰਬਾਰ ਸਾਹਿਬ ਚਲੇ ਜਾ, ਹੁਣ ਤੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਜਾ, ਉੱਥੇ ਇਸ਼ਨਾਨ ਕਰ, ਜੇ ਤੈਨੂੰ ਉਹ ਬਖਸ਼ ਦੇਣ ਤਾਂ ਠੀਕ। ਡਾਕਟਰ ਵੀ ਅਖੀਰ ਸਾਰੇ ਇਹੀ ਕਹਿੰਦੇ ਜਾਓ ਬਾਬੇ ਦਾ ਲੜ ਫੜ ਲਓ। ਹੁਣ ਵੀ ਹੁਣ ਜਿਹੜਾ ਅਸੀਂ ਪੈਸੇ ਪੂਸੇ ਲੈਣੇ ਲੈ ਲਏ, ਹੁਣ ਤਾਂ ਤੇਰੇ ਕੋਲ ਹੈ ਵੀ ਕੁਛ ਨਹੀਂ, ਪੈਸੇ ਵੀ ਸਾਰੇ ਲੱਗ ਗਏ। ਤੇ ਇਸ ਕਰਕੇ ਆ ਕਿ ਜਦੋਂ ਸਾਡੇ ਕੋਲ ਆਉਂਦੇ ਰੋਂਦੇ ਆਉਂਦੇ ਆ, ਮੈਂ ਸਾਰਿਆਂ ਨੂੰ ਪੁੱਛਦਾ ਕਿ ਤੇਰੇ ਕੇਸ ਕਟਾਏ ਹੋਏ ਆ, ਅੰਮ੍ਰਿਤ ਨਹੀਂ ਛਕਿਆ ਹੋਇਆ? ਹਾਂ ਜੀ। ਮੈਂ ਕਿਹਾ ਗੁਰੂ ਸਾਹਿਬ ਨਾਲ ਤੁਸੀਂ ਸਾਰੇ ਪਹਿਲਾਂ ਹੀ ਟੁੱਟੇ ਪਏ ਹੋ। ਜਿਹੜਾ 5 ਬਾਣੀਆਂ ਨਾਲ ਨਹੀਂ ਜੁੜ ਸਕਿਆ ਉਹ ਗੁਰੂ ਸਾਹਿਬ ਨਾਲ ਕਿੱਦਾਂ ਜੁੜੇਗਾ? ਰਹਿ ਰਾਸ ਨਾਲੇ ਇੰਨੀ ਮਹਾਨਤਾ ਦੱਸੀ ਆ। ਰਹਿ ਰਾਸ ਪੜ੍ਹਨ ਦੇ ਨਾਲ ਸੱਚਖੰਡ ਵਿੱਚ ਨਿਵਾਸ ਮਿਲਦਾ। ਕੀਰਤਨ ਸੋਹਲਾ ਮੈਂ ਕਈਆਂ ਨੂੰ ਹੁਣ ਪੜ੍ਹਾਇਆ ਜਿਨ੍ਹਾਂ ਦੇ ਘਰਾਂ 'ਚ ਕੋਈ ਹੈ ਗੱਲਾਂ। ਇਹ ਆਪਾਂ ਹੁਣ ਮੈਂ ਦੱਸਦਾ ਅਸਲੀ ਗੱਲ ਕੀ ਨਿਕਲੀ ਵਿੱਚੋਂ, ਪ੍ਰੋਬਲਮਾਂ ਕਿਉਂ ਛਾਈਆਂ। ਹਰ ਜਗ੍ਹਾ ਮੈਂ ਸੁਣਾਇਆ, ਅੱਗੇ ਵੀ ਸੁਣਾਇਆ। ਅੱਜ ਜਦੋਂ ਆਪਣੇ ਘਰਾਂ 'ਚ ਕੋਈ ਚੜ੍ਹਾਈ ਕਰਦਾ, ਬਜ਼ੁਰਗ ਨੇ ਲੱਖਾਂ ਰੁਪਏ ਕਮਾਏ, ਕਰੋੜਾਂ ਕਮਾਏ, 100 ਕਿੱਲਾ ਪੈਲੀ ਵੀ ਬਣਾਈ, ਸਭ ਕੁਝ ਦੇ ਕੇ ਚਲਾ ਗਿਆ। ਉਹ ਕਹਿੰਦੇ ਆ ਪਾਠੀ ਨੂੰ ਸੁਨੇਹਾ ਭੇਜੋ, ਆ ਭਾਈ ਜੀ ਨੂੰ ਪਾਠ ਕਰ ਦੇਗਾ। ਭਾਈ ਜੀ ਨੇ ਪਾਠ ਵੀ ਕੀਤਾ,
अजकल कौन नहाउंदा, कौन संथ्या करदा, कौन मर्यादा रखदा, कौन जपजी साहब रखदा। रहंद खूंद उन्होंने खराब की, जोत ना लाओ। हुण जोत तो अगे एक गल आ गई सामने, पिछे जे एक आह दुबई दे विच एक सिंह जिहड़ा देता सी उन्होंने जेल च, ਉਹਨੂੰ ਚੌਲਾਂ ਦੇ ਉੱਤੇ ਮੀਟ ਪਾ ਕੇ ਖਵਾਉਂਦੇ, ਉਹ ਕਹਿੰਦਾ ਮੈਂ ਖਾਣਾ ਨਹੀਂ, ਉਹਨੇ ਖਾਣਾ ਛੱਡੀ ਰੱਖਿਆ। 6 ਦਿਨ ਤੱਕ ਉਹ ਬੈਠਾ ਰਿਹਾ। ਅਖੀਰ ਉਹ ਸਿੰਘ ਕਹਿੰਦਾ ਮੈਨੂੰ ਇੱਕ ਦਿਨ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਪਤਾ ਨਹੀਂ ਮੈਨੂੰ ਕੀ ਐਵੇਂ ਮਨ 'ਚ ਆਇਆ, ਕਹਿੰਦਾ ਮੈਂ ਮਹਾਰਾਜ ਨੂੰ ਕਹਿਣਾ ਸ਼ੁਰੂ ਕਰਤਾ, ਤੁਸੀਂ ਇੰਨੇ ਚਿਰ ਦਾ ਅੰਮ੍ਰਿਤ ਛਕਿਆ, ਇੰਨੇ ਚਿਰ ਦਾ ਮੈਂ ਰਹਿਤ ਰੱਖਦਾ, ਇੰਨੇ ਚਿਰ ਦਾ ਮੈਂ ਇੱਦਾਂ ਕਰਦਾ, ਤੁਸੀਂ ਮਦਦ ਨਹੀਂ ਕਰਦੇ, ਤੁਸੀਂ ਜੋ ਲੱਗਿਆ। ਕਹਿੰਦਾ 2 ਘੰਟੇ ਮਹਾਰਾਜ ਨਾਲ ਮੇਰੀ ਲੜਾਈ ਹੁੰਦੀ ਰਹੀ ਅਰਦਾਸ 'ਚ, बहुत रौला पाया, कहता भी मेरी मदद नहीं की। कहता उस वक्त जो दूजे दिन या उस दिन कहता ऐ लग्या कोई तुरया फिरदा, फिर लग्या कोई भांडे जे खड़कदे फिरदे आ, फिर लग्या जिवें देग दी खुशबू आ रही, भी देग बन रही है। जेल दे विच खुशबू आई तो आवाज़ आई, लै भी सुंघ ला। कहना मैं वो देग की खुशबू ही सुंघी जाना, तो पेट इदा भर गया, मैं ऐ लगा भी 2 किलो देग छक ली। कहना मैं तो रज गया। तो उस वक्त कहता वो जो खड़ा सी उत्थे बंदा, उन्होंने मैं बुलाया, राजे तक गल गई, राजा भी डर गया। कहना इनू तो बाबा वापस इंडिया भेज दो। तो वो राजे ने पता की कौतक दिखिया, उन्होंने की दिखिया जेल वाले नूं। ये चीज़ मैं बहुत साल पहला गुरुद्वारा दुख निवारण साहब जो कथा करता सी, वो पुरानी कथा विच मैं दसी सी। उदों भी कई कहते सी ये जोत क्यों लाने हैं, ये आ क्यों करते हैं। मैं भी किसी गुरमुख महापुरख नूं पुछया सी, मैं कहा इहदा की हिसाब किताब है। वो है ना ये इन्हां नूं पता तो है नहीं किसी गल का। जदों आपां चास पाउने आ ना, जो छन करके वो सारा धुआं जा उपर जांदा, कहंदे शहीद सिंघां दी खुराक है। देवते भी इसे नूं सूंघ के रज जाते हैं, वो भी रज जाते हैं। जिहड़ी जोत लाउने आ, जोत इन्नी शुद्ध हुंदी, देसी घिओ शुद्ध दो, उस जोत दे कोल भी सिंह खड़े हुंदे आ। जिथे भी जोत लगदी है उत्थे सिंह खड़े हुंदे आ। ਉਹ देसी घिओ की खुशबू नाल ही रज जाते हैं। गल ये हुंदी विचली। मैं एक बार एक जगह ते बैठा, किसी महापुरख कोई बंदगी वाले सिंह सीगे, मैनूं कहंदे ज्ञानी जी इन्ने फ्रूट पे आ, वरता दो संगत नूं। मैनूं उन्हें इन्दा इशारा किया भी वो कहंदे फ्रूट वरता दो, विच असीं भी लै लांगे। मैं कहा कौन, कहंदे फौज। मैं कहा अच्छा, कहंदे ये भी लै लैंदे। ताइयों महाराज ने कहा सी भी जिहड़ी चीज़ तुसीं मैनूं देनी आ वो संगत नूं दे दो, असीं आपे ले लांगे। संगत विच वरताई चीज़ ही शहीदां कोल चली जाती है। शहीद सिंह जिथे लंगर लगता, लंगर भी छक जाते उत्थे, संगत विच बह के प्रसादा भी छक लैंदे आ। ये जोत दे घिओ नाल ही रज जाते हैं। हुण वो मेरे सामने उदाहरण आई दुबई वाली, कहंदे ये पोस्ट नूं वध तों वध शेयर करो जी। जदों मैं कहंदा सी भी ऐ रज जाते आ, मैनूं कहे सी ये झूठ बोलदा, ये गप मारदा, ये ऐसा। हाले तां बहुत कुछ सामने आउणा तुहाडे। ये तो पहला था थोड़े देखिया भी तुसी किन्ने क पानी चों, प्रतख चीज़ां तो हले बहुत आउणियां। महाराज जब सामने प्रगट कीतियां ना थोड़े, फिर तुसी आखना भी अच्छा असीं तां समझदे सी ये गल्लां एवें ही ने। ये एवें नहीं हैगा, ये सब कुछ सच है। जो कुछ है जो असीं कहने हैं। नाले तुसीं कहने हो 20वीं सदी का सिख बाबा जरनैल सिंह खालसा, मैं 10 साल उन्हां नाल जिंदगी दे लाए ने। मैं झूठ बोलना? मैं कोई गल उन्हां दी उही कर दिंदा हुंदा। वो जो मैनूं जिन्नियां चीज़ां दस के गए सी, वो सारियां गल्लां या किसी भी महापुरख होर, बाबा करतार सिंह जी खालसा संगत, बाबा हरनाम सिंह जी की संगत, रामपुर खेड़े वालियां दी, बाबा अजीत सिंह जी हंसाली वालियां दी संगत, कारसे वाले महापुरखों च बाबा शीशा सिंह जी नाल काफ़ी, ये सारे महापुरखों को आउंदे सी। बाबा सोहण सिंह जी विधि चंद वाले महापुरख, बाबा दया सिंह जी, हुण बाबा अवतार सिंह जी। ये मैनूं पता भी इन्हां कोल है आ कुछ, क्योंकि इन्हां दी कुल दे विच भाई विधि चंद जी, ये नहीं हुंदा कोई। हुण बाबा अजीत सिंह नूं तुसीं कही जाओ गए है,
ਬਾਬਾ ਅਜੀਤ ਸਿੰਘ ਜੀ ਚਲੇ ਗਏ। ਮੈਂ ਤੁਹਾਨੂੰ ਕਈ ਵਾਰ ਦੱਸਿਆ, ਕੋਈ ਮਹਾਂਪੁਰਖ ਆਪਣੇ ਸਥਾਨ ਤੋਂ ਸਰੀਰ ਕਰਕੇ ਜਾਂਦਾ ਹੁੰਦਾ, ਹੁਣ ਕਿੱਥੇ ਜਾਣਾ? ਅੱਜ ਇਹਦੀ ਅੱਖ ਖੁੱਲੀ ਦੇਖ ਲਓ, ਸਟੇਜ ਤੇ ਬੈਠੇ ਹੋਣੇ ਹੋ, ਹੁਣ ਕਿੱਥੇ ਜਾਣਾ? ਕਲਗੀਧਰ ਮਹਾਰਾਜ ਨੇ ਕਿੱਥੇ ਜਾਣਾ? ਮਾਤਾ ਸਾਹਿਬ ਕੌਰ ਨੇ ਕਿੱਥੇ ਜਾਣਾ? ਆਪਣੇ ਟੱਬਰ ਨੂੰ ਛੱਡ ਕੇ ਕੋਈ ਜਾਂਦਾ ਕਿਤੇ? ਆ ਸਾਹਿਬ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਚਾਰ ਮੂਏ ਤੋਂ ਕਿਆ ਪਿਆ ਜੀਵਤ ਲਾਖ ਜਾ। ਮਾਤਾ ਜੀ ਤੁਹਾਡੇ ਕੋਲ ਹੀ ਹੈ, ਕਲਗੀਧਰ ਮਾ ਗੁਰੂ ਨਾਨਕ ਦੇਵ ਜੀ ਸਾਰੇ ਫੌਜ, ਓਏ ਆਪਣਾ ਘਰ ਆ ਉਹਨਾਂ ਦਾ ਹੈ, ਆ ਸਾਹਮਣੇ ਉਹਨਾਂ ਦਾ ਘਰ ਆ, ਇੱਥੇ ਚਰਨ ਪਾਏ ਨੇ, ਇੱਥੇ ਸਾਰੇ ਕਿਤੇ ਫੌਜਾਂ ਦੇ ਪਹਿਰੇ ਨੇ। ਹਾਂਜੀ, ਬਾਲੀਆਂ ਗੱਲਾਂ ਤਾਂ ਨਹੀਂ ਦੱਸੀ ਦੀਆਂ, ਫਿਰ ਗਾਂ ਹੀ ਲੰਘ ਜਾਂਦੀ ਗੱਲ। ਜਦ ਬਾਬਾ ਅਜੀਤ ਸਿੰਘ ਜੀ ਉਦੋਂ ਦੁਸਹਿਰੇ ਤੇ ਅਸੀਂ ਆਏ ਸੀ, ਉਦੋਂ ਕਿਸੇ ਸਿੰਘ ਨੂੰ ਕਹਿ ਗਏ ਸੀ, ਕਹਿੰਦੇ ਜਿਹੜੀ ਥਾਂ ਅਸੀਂ ਬੰਦਗੀ ਕੀਤੀ ਉੱਥੇ ਦੁਕਾਨ ਬਣਾਤੀ ਇਹਨਾਂ ਨੇ। ਮੈਂ ਸਿੰਘ ਮੈਨੂੰ ਕਹਿੰਦਾ ਇੱਦਾਂ ਕਰ, ਮੈਂ ਪੁੱਛਿਆ ਸਿੰਘਾਂ ਨੂੰ, ਕਹਿੰਦੇ ਹਾਂ ਇੱਥੇ ਬੰਦਗੀ ਕਰਦੇ ਰਹੇ ਹੋ। ਉਹ ਤਾਂ ਹੁਣ ਵੀ ਇਤਰਾਜ਼ ਕਰਦੇ ਵੀ ਜਿੱਥੇ ਅਸੀਂ ਬੰਦਗੀ ਕੀਤੀ ਸੀ ਉਹ ਥਾਂ ਨਹੀਂ ਸਾਂਭਿਆ ਇਹਨਾਂ ਨੇ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਮਹਾਂਪੁਰਖ ਆ ਕੇ ਦੱਸਦੇ ਨੇ। ਇਸ ਕਰਕੇ ਮੈਂ ਬੇਨਤੀ ਕਰਾਂ, ਤੁਸੀਂ ਦਿਲੋਂ ਨਾ ਦੂਰ ਕਰੋ ਉਹਨਾਂ ਨੂੰ। ਸੋ ਮੂਆ ਜਿਸ ਮਨੋਂ ਵਿਸਾਰੇ, ਮਨ ਚੋਂ ਨਾ ਵਿਸਾਰੋ। ਐ ਧਿਆਨ ਲਾ ਕੇ ਸਿਮਰਨ ਕਰੀ ਜਾਓ, ਕਿਸੇ ਵੀ ਗੁਰੂ ਸਾਹਿਬ ਦਾ, ਕਿਸੇ ਵੀ ਮਹਾਂਪੁਰਖ ਦਾ ਧਿਆਨ ਧਰ ਕੇ ਸਿਮਰਨ ਕਰੀ ਜਾਓ। ਉੱਥੇ ਤਾਰ ਖੜਕ ਜਾਂਦੀ ਆ, ਉਹ ਯਾਦ ਕਰ ਰਿਹਾ ਨਹੀਂ, ਸਭ ਪਤਾ ਹੁੰਦਾ। ਆਉਣ ਨੂੰ ਸਕਿੰਟ ਤਾਂ ਬਹੁਤ ਜ਼ਿਆਦਾ ਆ, ਛਿੰਚ ਹੀ ਆ ਜਾਂਦੇ ਨੇ ਉਹਦੇ। ਹਾਂ ਬਈ ਯਾਦ ਕੀਤਾ, ਕੀ ਗੱਲ ਹੈ? ਮਹਾਂਪੁਰਖ ਕੋਈ ਕਿਤੇ ਨਹੀਂ ਗਿਆ, ਕੋਈ। ਤੇ ਤੁਸੀਂ ਸਾਰੇ ਜਾਣ ਬੁੱਝ ਕੇ ਕਬੂਤਰ ਵਾਂਗੂ ਅੱਖਾਂ ਮੀਚਦੇ ਬਿੱਲੀ ਦੇ ਆਉਣ ਤੋਂ, ਵੀ ਅਸੀਂ ਕਹਾਂਗੇ ਮਹਾਰਾਜ ਤਾਂ ਹੁਣ ਹੈ ਹੀ ਨਹੀਂ, ਮਹਾਰਾਜ ਤਾਂ ਹੁਣ ਹੈ ਹੀ ਨਹੀਂ। ਏਦਾਂ ਨਹੀਂ ਕਹੀਦਾ ਹੁੰਦਾ। ਆਹ ਕੌਣ? ਜਿਹੜੇ ਗੁਰੂ ਗ੍ਰੰਥ ਸਾਹਿਬ, ਇਹ ਝੂਠ ਬੋਲਦੇ ਨੇ ਰੋਜ਼। ਦਸਾਂ ਗੁਰਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕੱਲੀ ਜੋਤ ਨਹੀਂ, ਉਹ ਆਪ ਵੀ ਸਾਰੇ ਇੱਥੇ ਹੀ ਹੁੰਦੇ ਨੇ। 15 ਭਗਤ 17 ਭੱਟ ਬੇਅੰਤ। ਮੈਂ ਕਈ ਵਾਰ ਸੋਚਦਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਸਾਰਿਆਂ ਥਾਵਾਂ ਤੇ, ਦਿੱਲੀ ਵਿੱਚ ਵੀ 84, ਆ ਹੁਣ ਵੀ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਵਾਰ ਰਾਮ ਰਾਮ ਲਿਖਿਆ, ਕਿੰਨੀ ਵਾਰ ਹਰੀ ਹਰੀ ਲਿਖਿਆ, ਕਿੰਨੀ ਵਾਰ ਕੋਈ ਦੇਵਤਾ ਦੇਵੀ ਛੱਡਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਨਹੀਂ ਹੈਗਾ। ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ, ਉਹਨੇ ਸਾਰਿਆਂ ਨੂੰ ਹੀ ਟੇਕ ਲਿਆ, ਉਹਨੇ ਕੋਈ ਛੱਡਿਆ ਹੀ ਨਹੀਂ। ਗੱਲ ਆਪਣੀ ਆਈ ਸੀ ਇੱਥੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ 5 ਬਾਣੀਆਂ ਨਾਲ ਉਧਾਰ ਹੋਏਗਾ, ਮਹਾਰਾਜ ਨੇ ਕਿਹਾ। ਹੁਣ ਮੈਨੂੰ ਉਹ ਪੱਕੀ ਗੱਲ ਨਹੀਂ ਪਤਾ। ਇੱਥੋਂ ਜਦੋਂ ਜਾਂਦੇ ਆ ਭਰਤਗੜ੍ਹ, ਬਾਬਾ ਜੀ ਜਿੱਥੇ ਸੇਵਾ ਚੱਲਦੀ ਆ, ਉਸ ਤੋਂ 1.5-2 ਕਿਲੋਮੀਟਰ ਮੈਂ ਐਤਕੀ ਕਥਾ ਕਰਕੇ ਆਇਆ। ਉੱਥੇ ਭਾਊਵਾਲ ਪਿੰਡ ਪੈਂਦਾ, ਉੱਥੇ ਉਹ ਸਿੰਘ ਭਾਈ ਜਗਤਾਰ ਸਿੰਘ, ਉਹ ਕਹਿੰਦਾ ਅਚਾਨਕ ਇੱਕ ਦਿਨ ਕੀ ਹੋਇਆ, ਏਦਾਂ ਹੀ ਆਵਾਜ਼ ਆਈ, ਭਾਈ ਗੁਰਮੁਖਾ, ਜਿਹੜਾ ਤੁਹਾਡੇ ਆ ਘਰ ਦੀ ਆ ਪਾਸਾ ਨਾ, ਉੱਤਰ ਦਿਸ਼ਾ ਵਾਲਾ, ਜਦੋਂ ਅਸੀਂ ਸਰਸਾ ਪਾਰ ਕੀਤੀ ਗੁਰਮੁਖਾ, ਉਦੋਂ ਭਾਈ ਉਦੇ ਸਿੰਘ ਜੀ ਸਾਡੇ ਨਾਲ ਆ ਗਏ ਸੀ। ਤੇ ਇਹਨਾਂ ਨੂੰ ਅਸੀਂ ਉੱਥੇ ਵਾਪਸ ਮੋੜਿਆ ਸੀ ਤੇ ਭਾਈ ਅਜੀਤ ਸਿੰਘ ਨੂੰ ਨਾਲ ਲਿਆ ਸੀ। ਭਾਈ ਉਦੇ ਸਿੰਘ ਦੀ ਸ਼ਹੀਦੀ ਇੱਥੇ ਲਿਖੀ ਸੀ ਤੇ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਚਮਕੌਰ ਸਾਹਿਬ ਲਿਖੀ ਸੀ। ਅਸੀਂ ਇਸ ਥਾਂ ਤੇ 13 ਮਿੰਟ ਖਲੋਤੇ ਸੀ ਫੌਜਾਂ ਸਮੇਤ। ਤੁਸੀਂ ਇੱਥੇ ਜੋੜਾਂ ਨਾਲ ਜਾਇਆ ਕਰੋ ਨਾ, ਤੁਸੀਂ ਇੱਥੇ ਕੋਈ ਗੰਦਗੀ ਸਿੱਟੇ। ਇੱਥੇ ਥੋੜਾ ਥਾਂ ਵੜੋ, ਇੱਥੇ ਸੁੰਦਰ ਇੱਕ ਕਮਰਾ ਬਣਾ ਦਿਓ ਛੋਟਾ ਜਿਹਾ, ਉਹਦੇ ਵਿੱਚ ਭਾਈ ਹਮੇਸ਼ਾ ਕੜਾਹ ਪ੍ਰਸ਼ਾਦ ਰੋਜ਼ ਇੱਕ ਬਣਾ ਦਿਆ ਕਰੋ, ਹੌਲੇ ਪ੍ਰਕਾਸ਼ ਨਾ ਕਰਿਓ। ਤੁਸੀਂ ਇਸ ਥਾਂ ਦੇ ਉੱਤੇ ਹੌਲੀ ਹੌਲੀ, ਉਹਨਾਂ ਨੇ ਕਿਹਾ ਹੁਣ ਅਖੰਡ ਪਾਠ ਸਾਹਿਬ ਕਰਾਓ। ਇਸ ਵਾਰੀ ਮੈਨੂੰ ਬੁਲਾਇਆ ਕਥਾ ਤੇ, ਉਹਨਾਂ ਨੇ ਕਹਿੰਦੇ ਵੀ ਤੁਹਾਡਾ ਹੁਕਮ ਹੋਇਆ ਕਥਾ ਦਾ, ਵੀ ਉਹਨਾਂ ਨੂੰ ਬੁਲਾ ਕੇ ਲਿਆਓ। ਮੈਂ ਚਲੋ, ਤੇ ਮੈਂ ਉੱਥੇ ਬਹਿ ਕੇ ਕਥਾ ਕਰਕੇ ਆਇਆ। ਬਹੁਤ ਬਹੁਤ ਆਨੰਦ ਬਣਿਆ। ਉਹ ਸਿੰਘ ਕਹਿੰਦਾ ਮਹਾਰਾਜ ਮੈਨੂੰ ਕਹਿੰਦੇ ਬਚਨ ਇਹ ਪ੍ਰੇਰਨਾ ਆਈ ਵੀ ਜਿੰਨੇ ਵੀ ਆਉਣਗੇ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਸਾਡੇ ਵੱਲੋਂ, ਜਿਹੜਾ ਵੀ 5 ਬਾਣੀਆਂ ਕਰੂਗਾ, ਰਹਿ ਰਾਸ ਕੀਰਤਨ 16 7 ਬਾਣੀਆਂ ਪੜੂਗਾ, ਉਹਦਾ ਕੋਈ ਕੰਮ ਨਹੀਂ ਰੁਕਣ ਦਿਆਂਗੇ। ਆਖੋ ਸਤਨਾਮ ਸ੍ਰੀ।
ਤੁਹਾਡੇ ਵਿੱਚੋਂ मैं एक गल देखदा, बड़े चਿਰ हत्थ कदे खड़े नहीं कराए। ਤੁਸੀਂ ਦੱਸੋ ਤੁਹਾਡੇ 'ਚ 5 ਬਾਣੀਆਂ ਕੌਣ ਪੜ੍ਹਦਾ ਰੋਜ਼? ਕਿੰਨੇ ਕਰਦੇ ਆ? ਮਾੜੇ ਹੱਥ ਖੜੇ ਕਰੋ। ਮੈਂ ਆਪਾਂ ਨੂੰ ਪਤਾ ਲੱਗ ਜਾਵੇ 5 ਬਾਣੀ ਵਾਲੇ ਕਿੰਨੇ ਕਿੰਨੇ ਇੰਨੇ ਕੀ ਕਰਦੇ ਆ, ਬਾਕੀ ਕੋਈ ਨਹੀਂ ਕਰਦਾ ਤੁਹਾਡੇ 'ਚ। ਮਾਈਆਂ ਤੇ ਕਰਦੀਆਂ ਹੀ ਨਹੀਂ ਆ ਇਹਨਾਂ ਨਾਲ ਜਪਜੀ। ਕੱਲ ਇੱਕ ਮਾਤਾ ਬੀਬੀ ਕਹਿੰਦੀ ਮੈਨੂੰ ਜਪਜੀ ਸਾਹਿਬ, ਮੈਂ ਕਿਹਾ ਮੈਂ ਅਨਪੜ੍ਹ, ਵਾਹਿਗੁਰੂ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰਦੀ ਆ, ਮੈਂ ਅਨਪੜ੍ਹ ਹਾਂ। ਮੈਂ ਕਿਹਾ ਬੀਬੀ ਜਦੋਂ ਵਿਆਹ ਵੂ ਹੁੰਦਾ ਉਦੋਂ ਟੱਪੇ, ਬੋਲੀਆਂ, ਘੋੜੀਆਂ, ਇਹ ਸਾਰੀਆਂ ਬੀਬੀਆਂ ਯਾਦ ਚਾਹੇ ਅਨਪੜ੍ਹ ਹੀ ਹੋਵੇ। ਜਿਹੜੀ ਅਨਪੜ੍ਹ ਹੋਊਗੀ ਉਹ ਕਹਿੰਦੀ ਮੈਂ ਗੀਤ ਗਾਉਣੀ ਆ, ਮੈਂ ਸਿੱਠਣੀਆਂ ਦਿੰਦੀ ਆ, ਮੈਂ ਇੱਦਾਂ ਕਰਦੀ ਆ, ਮਕਾਨ ਜਾਂਦੀਆਂ ਤੇ ਉਹ ਸਭ ਤੋਂ ਜ਼ਿਆਦਾ ਉਹ ਹੀ ਬੋਲਦੀ ਹੁੰਦੀ ਤੇ ਤੈਨੂੰ ਬਾਣੀ ਨਹੀਂ ਕੰਠ ਹੋਈ। ਇਹ ਸਭ ਹੁਜਤਾਂ ਨੇ, ਐਵੇਂ ਖਾਮ ਖਾਂ ਹੁਜਤਾਂ ਕਰਦੀਆਂ ਇਹ ਵੀ ਸਾਨੂੰ ਪਾਠ ਨਹੀਂ ਕੰਠ। ਕਿਉਂ? ਜਿਹੜਾ ਚੰਗਾ ਕੰਮ ਆ ਉਹ ਕਰਨ ਨੂੰ ਤੁਹਾਡਾ ਚਿੱਤ ਨਹੀਂ ਕਰਦਾ। ਇਹ ਨਹੀਂ ਕਿ ਅਸੀਂ ਮਹਾਰਾਜ ਤੱਕ ਸੁਨੇਹਾ ਨਹੀਂ ਪਹੁੰਚਾਉਂਦੇ, ਮਹਾਂਪੁਰਖਾਂ ਕੋਲ ਜਾ ਰੋਂਦੇ ਆ ਕਈਆਂ ਕੋਲੇ ਵੀ ਆਹ ਪੰਥ ਨੂੰ ਸੰਭਾਲੋ। ਮੈਂ ਕਿਹਾ ਮਹਾਰਾਜ ਨੂੰ ਮਹਾਂਪੁਰਖ ਜਾਏ ਕਹਿੰਦੇ ਆਹ ਸਿੱਖ ਕੌਮ ਤੇ ਕਿਰਪਾ ਕਰੋ, ਪੰਥ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਕਿਹੜੇ? ਆਹ ਇਹਨੂੰ ਤੁਸੀਂ ਕਹਿੰਦੇ ਸਾਡੀ ਕੌਮ ਹੈ ਇਹ? ਮੈਂ ਦਿਖਾਓ ਲਿਆ ਹੋਏ ਮੇਰੇ 1699 ਵਿੱਚ ਜਿਹੜੀ ਮੈਂ ਮਰਿਆਦਾ ਬਣਾਈ, 1708 ਤੱਕ ਜਿਹੜੀ ਕਾਇਮ ਕੀਤੀ ਸੀ, ਮੈਨੂੰ ਇੱਕ ਸਿੱਖ ਦਿਖਾਓ ਇਹਨਾਂ 'ਚ ਜਿਹੜਾ ਮੇਰੀ ਮਰਿਆਦਾ ਦੱਸੇ ਹੋਏ ਨੂੰ ਕਮਾਉਂਦਾ। ਮੈਂ ਅੱਜ ਕਿਰਪਾ ਕਰਦਾ ਲਿਆ। ਕਹਿ ਰਹੇ ਇਹ ਜਿਹੜੀ ਅਸੀਂ ਚਲਾਈ ਸੀ ਇਹਨਾਂ ਨੇ ਬਦਲ ਕੇ ਉਹ ਸਾਰਾ ਕੁਝ ਉਲਟ ਚੁਲਟ ਕਰ ਛੱਡਿਆ। ਕਹਿੰਦੇ 1699 ਤੋਂ 1708 ਤੱਕ ਵਾਲਾ ਸਿੱਖ ਲਿਆਓ, ਮੈਂ ਹੁਣੇ ਬਖਸ਼ਿਸ਼ ਕਰਦਾ। ਇਹ ਨਹੀਂ ਕਰਨ ਜੋਗੇ ਕੁਝ। ਨਾਰਾਜ਼ਗੀਆਂ ਤੁਸੀਂ ਇੰਨੀਆਂ ਖੱਟ ਕੇ ਬੈਠੇ ਹੋ ਉਹਨਾਂ ਦੀਆਂ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕਰੈਤਾਂ ਇੰਨੀਆਂ ਕਰੀ ਫਿਰਦੇ ਨੇ। ਅੰਮ੍ਰਿਤਧਾਰੀ ਬਹੁਤ ਕਰੈਤਾਂ ਕਰੀ ਫਿਰਦੇ ਆ। ਇੱਕ ਵਾਰ ਮਹਾਰਾਜ ਨੇ ਦੱਸਿਆ, ਕਹਿੰਦੇ ਕਈ ਲੱਖ ਸਿੰਘ ਤਾਂ ਹੈ ਜਾ ਜਿਨ੍ਹਾਂ ਦੇ 2 ਪੈਰਾਂ ਤੋਂ ਕਸ਼ਹਿਰਾ ਉਤਰਿਆ ਨਹਾਉਂਦਿਆਂ ਜਾਂ ਕਿਵੇਂ ਵੀ, ਉਹਨਾਂ ਨੇ 5 ਸਿੰਘਾਂ ਤੋਂ ਅਰਦਾਸ ਨਹੀਂ ਕਰਾਈ ਅੱਜ ਤੱਕ। ਕਹਿੰਦੇ ਜਦੋਂ ਮੈਂ ਕਿਹਾ ਸੀ ਵੀ ਜੇ ਕਸ਼ਹਿਰਾ 2 ਪਹੁੰਚੇ ਉਤਰ ਜਾਣ ਤਾਂ 5 ਸਿੰਘਾਂ ਤੋਂ ਅਰਦਾਸ ਕਰਾਉਣੀ ਹੈ। ਕਹਿੰਦੇ ਫਿਰ ਉੱਥੇ ਬਖਸ਼ਿਸ਼ ਰੁਕ ਜਾਂਦੀ ਹੈ। ਕੰਗੇ ਦੇ ਦੰਦੇ ਟੁੱਟੇ ਹੋਏ ਆ, ਰਾਤ ਨੂੰ ਸੁੱਤਿਆਂ ਕੰਗਾ ਉਹ ਹੁੰਦਾ, ਸਿੰਘ ਉਹ ਹੁੰਦਾ, ਕਿਰਪਾਨ ਇਹਨਾਂ ਦੀ ਨੂੰ ਜੁਗਾੜ ਲੱਗਿਆ ਹੁੰਦਾ। ਅੱਜ ਵੀ ਮੈਂ ਕਿਹਾ ਸੀ ਬਾਬਾ ਜੀ ਨੂੰ, ਮੈਂ ਕਿਹਾ ਖੂੰਜੇ 'ਚ ਕਿਰਪਾਨ ਸ਼ਸਤਰ ਰੱਖੇ। ਕਹਿੰਦੇ ਅੱਜ ਮੈਂ ਇਹ ਨਹੀਂ ਰੱਖਣੇ। ਅਲਮਾਰੀ ਸ਼ਸਤਰਾਂ ਲਈ ਅਲਮਾਰੀ ਰੱਖੋ ਘਰ 'ਚ, ਪੋਥੀਆਂ ਲਈ। ਉੱਪਰਲੇ ਖਾਨੇ 'ਚ ਤੁਸੀਂ ਰੱਖੋ ਪੋਥੀਆਂ, ਥੱਲੇ ਸ਼ਸਤਰ। ਵੈਸੇ ਤਾਂ ਮਹਾਰਾਜ ਸ਼ਸਤਰ ਉੱਤੇ ਰੱਖਦੇ ਆ, ਪੋਥੀਆਂ ਥੱਲੇ ਰੱਖਦੇ ਆ। ਮਹਾਰਾਜ ਦੇਖ ਲਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਸਤਰ ਉੱਪਰ ਆ ਤੇ ਪ੍ਰਕਾਸ਼ ਥੱਲੇ ਨੀਵਾਂ, 1 ਫੁੱਟ 1.5 ਫੁੱਟ ਨੀਵਾਂ ਹੀ ਆ। ਸ੍ਰੀ ਅਨੰਦਪੁਰ ਸਾਹਿਬ ਵੀ ਪ੍ਰਕਾਸ਼ ਬਾਹਰ ਆ, ਅੰਦਰ ਥੜੇ ਤੇ ਸ਼ਸਤਰ ਹੈ। ਸ੍ਰੀ ਹਜੂਰ ਸਾਹਿਬ ਸ਼ਸਤਰ ਉੱਪਰ ਨੇ, ਪ੍ਰਕਾਸ਼ 4 ਫੁੱਟ ਥੱਲੇ ਹੈ। ਕਦੇ ਅਕਲ ਨੂੰ ਹੱਥ ਮਾਰਿਆ ਕਰੋ ਵੀ ਉਹਨਾਂ ਨੇ ਸ਼ਸਤਰਾਂ ਦਾ ਇੰਨਾ ਸਤਿਕਾਰ ਕਿਉਂ ਕੀਤਾ। ਇਹ ਸ਼ਸਤਰ ਸਰਗੁਣ ਰੂਪ ਹੈ ਅਕਾਲ ਪੁਰਖ ਦਾ। 3 ਰੂਪ ਹੈ ਮੋਏ ਕੇ ਤਾਂ ਕਿਹਾ, ਸਰਗੁਣ ਨਿਰਗੁਣ ਸ਼ਬਦ। ਪਰ ਚੌਥਾ ਮੈਂ ਪੜ੍ਹਿਆ ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਕੀਤੀ, ਮਹਾਰਾਜ ਨੇ ਜਦੋਂ ਆ ਕੋਟਕਪੂਰੇ ਵਾਲੇ ਕਪੂਰੇ ਨੂੰ ਕਿਹਾ, ਕਹਿੰਦਾ ਤੁਸੀਂ ਆ ਮੰਜਾ ਉੱਚਾ ਰੱਖਿਆ, ਉੱਤੇ ਚਾਦਰ ਪਾਈ ਸ਼ਸਤਰਾਂ ਤੇ, ਉੱਤੇ ਚੌਰ ਹੋ ਰਿਹਾ ਸ਼ਸਤਰਾਂ ਤੇ, ਕੀ ਸ਼ਸਤਰਾਂ ਤੇ ਮੱਖੀਆਂ ਬਹਿੰਦੀਆਂ? ਉਹ ਡੰਗਰ ਜਿਹਾ ਹੀ ਸੀਗਾ, ਮੋਟੇ ਦਿਮਾਗ ਵਾਲਾ। ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਵਰਗੇ ਮੂਰਖ ਜਦੋਂ ਆ ਚਾਦਰ ਜੀ ਥੱਲੇ ਘਸੀਸਦੇ ਆਉਂਦੇ ਆ, ਇੰਨੀ ਮਿੱਟੀ ਢਾ ਕੇ ਸ਼ਸਤਰਾਂ ਤੇ ਪਾਉਂਦੇ ਆ, ਕਹਿੰਦੇ ਤੈਨੂੰ ਪਤਾ ਹੈ ਅਕਾਲ ਪੁਰਖ ਦਾ ਸਰਗਣ ਰੂਪ ਆ? ਕਹਿੰਦੇ ਉਹਨਾਂ ਨੇ ਹੀ ਬਣਾਏ ਨੇ ਸ਼ਸਤਰ। 405ਵਾਂ ਚਰਿੱਤਰ ਪੜੋ। ਬਿਮਾਰੀਆਂ ਵੀ ਨਿਰੰਕਾਰ ਜੀ ਨੇ ਦੈਂਤਾਂ ਨੂੰ ਲਾਤੀਆਂ ਸੀ ਇੱਕ ਵਾਰ। ਕਹਿੰਦੇ ਇਹਨਾਂ ਨੂੰ ਭਿਆਨਕ ਬਿਮਾਰੀਆਂ ਲਾ ਦਿਓ। ਦੈਂਤ ਸਾਰੇ ਲੰਮੇ ਪੈ ਗਏ, ਲੜੇ ਹੀ ਨਾ ਕੋਈ। ਮਹਾਰਾਜ ਕਹਿੰਦੇ ਹੁਣ ਜੰਗ ਕੀ ਨਾ ਕਰਾਂਗੇ, ਇਹ ਵੀ ਔਖਾ ਹੋ ਗਿਆ। ਫਿਰ ਧਨੰਤਰ ਵੈਦ ਪੈਦਾ ਕੀਤਾ, ਕਹਿੰਦੇ ਜਾ ਬਿਮਾਰੀਆਂ ਹਟਾ ਇਹਨਾਂ ਦੀਆਂ, ਮੈਂ ਲੜੂੰਗੀ ਇਹਨਾਂ ਨਾਲ। ਹੁਣ ਫਿਰ ਰਾਜੀ ਰੂਜੀ ਕਰਕੇ ਉਹ ਫਿਰ ਲੜਨ ਲੱਗ ਜਾਂਦਾ। ਅਕਾਲ ਪੁਰਖ ਨੂੰ ਤਾਂ ਜੰਗ ਹੀ ਪਿਆਰੀ ਹੈ। ਸ਼ਸਤਰ ਧਾਰੀ ਨੇ ਨਿਰੰਕਾਰ ਜੀ। ਤਿੰਨਾਂ ਲੋਕਾਂ ਦੇ ਰਾਜੇ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਸੋ ਪੁਰਖ ਸਤਿਪੁਰਖ, ਉਹ ਨਿਰੰਕਾਰ ਜੀ ਨੇ ਜਿਨ੍ਹਾਂ ਨੂੰ ਸ਼ਸਤਰ ਪਿਆਰਾ ਹੈ। ਮਹਾਰਾਜ ਕੋਲ ਕਿ ਬਿਨਾਂ ਸ਼ਸਤਰ ਤੋਂ ਜਾਂਦਾ ਸੀ, ਇੰਨਾ ਨਹੀਂ ਸੀ ਧਿਆਨ ਦਿੰਦੇ।
जे कोई सिंह अज नवां शस्त्र लग्या, जे कोई होर चीज़ लै के दमाले सजा के सिंह सज के जाते तो महाराज बड़ा लाड़ करते सी। ये लाडली फौज है मेरी। ये तुसीं सारा कुछ हौली हौली छड्डी जाते हो, छड्डी जाते हो, छड्डी जाते हो। किरपान भारी लगती है, हुण कंघा भारा। कईयां माइयां दे इन्ना सोना पाया हुंदा, एक पासे पंजे ककार रख लो, एक पासे सारा सोना रख लो, सोना वध भारा निकलूगा। उही खाम खाए भार है जी, भार है साडे। जे आपदी मर्जी हो जे सिर ते हो, कई कुछ होर रख लैंदियां ने। भाई भी इदां ही करदे ने। महापुरख कहते हुंदे सी डब च बोतल देनी तां इन्हां नूं सौखी लगदी है ते किरपान दा भार मंनदे आ। इस करके जिहड़ा ना महापुरखां ने गल कही सी, कह रहे उन्होंने कहा भी चल जे कोई घट पढ़ू बाणी, जपजी साहब ही सही करद्या करद्या कहते महाराज इहो जिहा समा, कहते हाँ भाई समा तो इदां दा आजू पाठ करन तो सारे जाने मुनकर हो जाणगे। कहते फिर भी असीं सलाह देंगे 2 टाइम गुरु ग्रंथ साहिब नूं जिहड़ा मत्था भी टेक लूगा ना, ਉਹਦਾ भी पार उतारा हो जाऊगा। कहने महाराज जे 2 टाइम भी ना, कहते फिर 1 टाइम गुरु ग्रंथ साहिब के दर्शन कर लवे, ਉਹਦਾ भी जमना मरना कट देंगे। गुरु ग्रंथ साहिब आप निरंकार ने। असीं बड़ा रौला पाउने, साडी कोई गल नहीं तुसीं सुणदे। जदों तुहाडे ते मुसीबतां इन्नियां खड़ियां हो जाणियां आउण वाले समय 'च, फिर तुसीं कहोगे हुण सुणो इहदी गल बई। गुरु ग्रंथ साहिब के दर्शन करने ही बहुत लाभ है। बाबा हरनाम सिंह रामपुर खेड़ वाले नितनेम 5 बाणियां असीं इकट्ठे बह के करदे हुंदे सी। ये मेरे चंगे भाग, मैं उन्हां नाल बह के 5 बाणियां पाठ करदे। बाद विच उन्हां श्री साहब सारी बार कढ़ लेनी। इदां करके उन्हां दा सेवादार भाई अमर सिंह सी, जिहड़ा लंगर दे विच लांगरी सी, वैसे वो चाह पानी बनाउंदा। उन्हां आ सारी श्री साहब पहलां साफ करनी, धोनी, कपड़े नाल साफ करके देनी। बाबा जी ने रोज़ इदां फड़ के गणास किरपान खंडो खड़ग तुपक तबर अर तीर साहिब सरोई साहिथी यह हमारे पीर कह के मत्थे लाउणी। फिर वो बयान दे विच पाउणी, सानू कहना तुसीं भी करया करो शस्त्र दा सत्कार, मत्था टेकिया करो श्री साहब नूं। ये अकाल पुरख की जोत है, इहदे विच ये अकाल शक्ति आ। 5 बाणियां दा नितनेम, फिर सुखमनी साहब दा पढ़ना, फिर सत्ते बलवंडे दी वार दा जिक्र करना। हौली हौली मैं कई बार 4 दिन रह होना, 20 दिन रह होना। फिर मैनू कहना, मैं एक बार चंडी दी वार शाम नूं पढ़न लग पिया। कह रहे शहीद सिंह मैनू आके कहंदे चंडी दी वार हरनाम सिंह शुरू तक कर ली है तुसीं, पर हुण बंद ना करिओ, हुण सारी रात चलण दो। हुण अमृत वेले विच भोग पाओ जाके इहदा। कहंदे शाम नूं नहीं करनी है। बहुत सारिया चीज़ां इदां जे ना प्रैक्टिकली उन्हां नाल वरतिया हुंदा, मैं उहदे ते ज़्यादा यकीन करदा। किताबां विच की आ, किताबां तां हुण ਜਿਹੜੀਆਂ पुराणियां सी उन्हां च लिखतां होर है, आ ਜਿਹੜੀਆਂ ਅੱਜ ਕੱਲ੍ਹ ਦੇ ਲਿਖਾਰੀਆਂ लिखियां होर है। इन्हां विच तां ਉਹ चीज़ां ही नहीं हैगियां। मैं ਇੱਕੋ ਹੀ तरह ਦੀ 10 ग्रंथी मैं मेरे को पुरानी है सटीक, ਉਹਦੇ ਨਾਲ ਦੀ मैं नवीं ਲਈ है। ਜਿਹੜੀਆਂ चीज़ां ਉਹਦੇ 'ਚ ਆਏ ਉਹਦੇ 'ਚ है ही नहीं दूजी 'ਚ। ਹੁਣ मैं क्या ਉਹ मैं दुकानदार ਨੂੰ ਕਿਹਾ, मैं ਕਿਹਾ ਇਹ ਵਿੱਚੋਂ चीज़ां क्यों खत्म करतीਆਂ? इदां करदे आ। हौली हौली विचों चीज़ां घटाई जाते हैं, हौली हौली मरैत विच फर्क पाई जाते हैं। इन्हां चीज़ां दा हमेशा ख्याल रखो। मैं तो तुहानूं लाउणा भी तुसीं गुरु ग्रंथ साहिब दे 1 बार जरूर दर्शन करने, वैसे तो 2 बार करो। अपना कोई बहुत खास रिश्तेदार होवे ना, ਜਾਂ कोई बहुता ही प्यारा होवे, जे किते आपां नूं किते बस अड्डे ते जां सड़क ते ਉਹ मिल पवे, बड़े खुश हो के जफियां पा मिलदे ਉਹਨੂੰ। भाई अज तो भी रब ने किरपा करती है, तो तू मिल गया भाई, बड़ी खुशी हुई मैनू। असीं नहीं करते। मैनू तो जे किते गुरु ग्रंथ साहिब जी महाराज नूं लैके जाते होण किते नगर कीर्तन, असीं तां खुश हुंदे आ। आओ अज महाराज ने आप दर्शन देते आपां। ये हुंदी किरपा। गुरु ग्रंथ साहिब दा दर्शन तुहानूं जे हो जाण अचानक तो इउं समझो अज भागां वाला दिन अज दर्शन। तुसीं इन्हां नूं अहमियत नहीं दिंदे, तुसीं इन्हां नूं वड्डे नहीं समझदे, तुसीं अपनी बुद्धि नूं ही वड्डे समझी जांदे हो। इस करके इन्हां गल्लां दा सारी संगत ध्यान दिओ। आपां हुण महापुरखां दी बरसी ते इकट्ठे होए आ।
प्रेरणा सरोवर ने महापुरख ब्रह्म ज्ञानी सत जीव है, नहीं मरता। कोई ब्रह्म ज्ञानी किते नहीं जाता है। पुराने तो पुराने, नवे तो नवे, हर एक महापुरख इत्थे है। मैं एक महापुरख नूं मैनूं कहंदे अज सारी कथा दी हाजरी सचखंड लगी। मैं कहा वो किदां लगी? कहंदे तैनूं उदाहरण दे दिंदे, तैनूं आपे समझ लग जू। कहंदे जिवें सारी सत नूं शीशा लग्या उपर छत ते उत्ते देखो तेरी भी फोटो दिखू, इन्हां दी भी दिखू, इन्हां दी भी दिखू, सारे दिख रहे। गुरु ग्रंथ साहिब जी भी ऐं दिखणगे विच शीशे ते। कहने इसे तरह बणी तणी संगत सारी सचखंड च दिखदी है। वो सारे उत्थे भी कथा सुणदे हुंदे बह के ते इत्थे भी सुणदे आ। ये नहीं कि इत्थे कीर्तन हो रहा दरबार साहब च ते उत्थे नहीं सुणदा, नहीं, उत्थे भी सुणदा। दरबार साहब दा कीर्तन उत्थे भी सुणदा। इत्थे हो रही हर गतिविधि साडी उत्थे नाल नाल जांदी है। ऐ तां पंथ सारा रुड़ जांदा हुण नूं, उन्हां दी पूरी पंथ दे उत्ते किरपा, पर वो भी हुण की करन। जो सिखां मैं चूक, जद हुण इन्हां सिखां दे विच ही गलतियां ने। महाराज सच्चे पातशाह तां बड़ी सिक्ख्या दिंदे, उपदेश दिंदे आ। मैं तो कई बार बेनती की भी महाराज मैनूं रौला पाउंदे इन्ना चिर होए, सुणदा तां इन्हां कोई नहीं। कहंदे नहीं, तुहाडा फर्ज है, तुसी थोड़ी ड्यूटी किहड़ी है भला दी। कहंदे एक जिमीदार तकड़ा, वो एक बंदा उन्होंने छिट्टा देण वाला रखिया, छिट्टा दे, छिट्टा दो भी। कहंदे लै भी आ किन्ने पैसे हो गए दिहाड़ी दे, फड़ तू छिट्टा दिता, तू जा। जिमीदार दी जमीन है, उन्हें हल वाया, उन्हें खाद पाई है, उन्हें कहना वो बाकी मैं आपे सांभ लूंगा। महाराज कहने तुहाडा काम है छिट्टा देना। पहला पहला मेरा मन बहुत खराब हुंदा है। मैं कहा मैं इन्हां नूं कही जाना, सुणदा तां कोई भी नहीं इन्हां नूं। हुण जदों मैनूं फोन आउंदे ने भी कथा सुनी सी, अमर छक लिया, कथा सुनी सी, इन्ने पाठ कर ला। इत्थे भी एक सिंह हुण मिलिया सी मैनूं, कहना मैं कथा सुन के ही अमर छकिया। आस्ट्रेलिया एक सिंह कहंदा लम्मी दाढ़ी एडी उन्नी दाढ़ी हथ फड़ के कहंदा ज्ञानी जी ये की आ? मैं कहा दाड़ा। कह नहीं ये कथा। मैं कहा अच्छा। कह रहे कथा सुन के ही रखी आ, उदां असीं कित्थे दाढ़ी रखदे सी। बस तुसीं जिहड़ी कथा रिकॉर्ड कीती एक बार दो बार सुनोगे, तीन बार पंज बार तुसीं रोण लग जाना, उत्थे बराग आ जाना तुहानूं। तुसीं कहो मैं तां हुणे अमर छकाऊं। क्यों? कथा दे विच विराग है, त्याग है। महाराज ने जिहड़े वचन लिखे ना, सुन हर कथा उतारी मैल। मैं कथा नहीं हले कर रहा, ये तो लैक्चर प्रचार ही है। इरादा तो मेरा अज बनया सी भी ताबिया बह के शब्द की कथा सुनाईए। कुदरती अज मैं वैसे ही दर्शन करीए हुक्मनामे दे, होर ते मैं अर्थ पढ़े अगे कि गुरु नानक साहब का शब्द आ गया, हर बिन होर ना पूजा मड़े मसान ना जाई। आओ मैं सारा शब्द पढ़िया, उसकी व्याख्या पढ़ी, है तो बड़ा बई उपदेश है, संगत नूं सुनाइए। पर फिर पता नहीं वो चेता भुल गया भी गल्लां च लग गए, संगत आ गई। जिहड़ी शब्द की कथा हुंदी है सॉलिड हुंदी है, ਉਹਦੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਠਾਕੁਰ ਸਾਹਿਬ ਨੇ ਕੋਲੋਂ ਹੀ ਸੁਣਾਤੀ ਗੱਲ। ਜਦੋਂ ਮੈਂ ਸ਼ਬਦ ਦੀ ਪੰਕਤੀ ਪੜ੍ਹ ਕੇ ਅਰਥ ਕਰੂੰਗਾ ਤੁਸੀਂ ਕਹੋਗੇ ਵਾਕਈ ਪੂਰੀ ਮੋਹਰ ਲੱਗ ਜਾਣੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ। ਤੇ ਇਸ ਕਰਕੇ ਚਾਹੇ ਤੁਸੀਂ ਔਖੇ ਪੜੋ ਚਾਹੇ ਸੌਖੇ, ਦੇਖੋ 5 ਬਾਣੀਆਂ ਦਾ ਪਰਨ ਕਰਕੇ ਜਾਓ ਵੀ 5 ਬਾਣੀਆਂ ਪੜ੍ਹੇ ਬਿਨਾ ਮੈਂ ਪ੍ਰਸ਼ਾਦਾ ਨਹੀਂ ਛਕਣਾ। ਰਹਿ ਰਾਸ ਪੜ੍ਹੇ ਬਿਨਾ ਸਮਾਂ ਜੋ ਖੋਵੈ, ਰਹਿ ਰਾਸ ਸ਼ਾਮ ਨੂੰ ਟਾਈਮ ਸਿਰ ਆਪਣੀ ਜਿਉਂ ਹੀ ਸੂਰਜ ਛੁਪਣਾ ਰਹਿ ਰਾਸ ਕਰ ਲਓ। 15-20 ਮਿੰਟ ਲੱਗਦੇ ਸਾਰੇ। 16 ਸਾਹਿਬ ਆ ਕਈ ਪਰਿਵਾਰ ਕਹਿੰਦੇ ਸਾਡੇ ਰਾਤ ਨੂੰ, ਇਹ ਹੁਣ ਪ੍ਰਤੱਖ ਚੀਜ਼ਾਂ ਹੁੰਦੀਆਂ ਵੀ ਰਾਤ ਨੂੰ ਕੋਈ ਚੀਜ਼ ਡਰਾਉਂਦੀ ਹੈ, ਕੋਈ ਕਹਿੰਦਾ ਮੈਨੂੰ ਸੁੱਤਿਆਂ ਤਰਬਕ ਕੇ ਉੱਠਦਾ, ਕੋਈ ਕਹਿੰਦਾ ਇੱਦਾਂ ਹੁੰਦਾ, ਰਾਤ ਨੂੰ ਬਹੁਤ ਕੁਛ ਹੁੰਦਾ। ਮੈਂ ਕਿਹਾ ਪਹਿਲੇ 4 ਸ਼ਬਦ ਗੁਰ ਕਾ ਸ਼ਬਦ ਰਖਵਾਰੇ ਤਾਤੀ ਵਾਉਣ ਲੱਗੀ, 4 ਸ਼ਬਦ ਨੇ, ਸ਼ਲੋਕ ਹੈ, ਸ਼ਲੋਕ ਮਹੱਲਾ 5ਵਾਂ ਤੇ ਸਾਰਾ 16 ਇੱਕ ਅਰਦਾਸ। ਰਾਤ ਨੂੰ ਜਿਨ੍ਹਾਂ ਨੂੰ ਜ਼ਿਆਦਾ ਤਕਲੀਫ ਆ ਉਹ 5-16 ਸਾਹਿਬ ਪੜ੍ਹ ਕੇ ਸੌਂ ਜਾਓ, ਜਲ ਦਾ ਛਿੱਟਾ ਚਾਰੇ ਪਾਸੇ ਦੇ ਕੇ, ਔਰ ਬਹੁਤ ਅੱਛਾ ਰਿਜ਼ਲਟ ਮਿਲ ਰਿਹਾ ਮੈਨੂੰ। ਹੁਣ ਇੱਕ ਸਿੰਘ ਕਹਿੰਦਾ ਸੀ ਰਾਤ ਨੂੰ ਤਾਂ ਠੀਕ ਹੋ ਗਿਆ, ਦਿਨੇ ਡਰ ਲੱਗਦਾ ਹੁਣ। ਮੈਂ ਕਿਹਾ ਤੂੰ ਆ ਕੇ ਮਿਲ ਲਈ, ਬ੍ਰਹਮ ਕਵਚ ਕਰ ਲੈ।
ਸ਼ਸਤਰ ਨਾਮ ਮਾਲਾ ਪੜ੍ਹ ਲੈਣ। ਬਹੁਤ ਸਾਰੇ ਫਾਲਟ ਹੁੰਦੇ ਆ। ਅੱਜ ਵੀ ਕੋਈ ਪ੍ਰੇਮੀ ਕਿਹਾ ਸੀ, ਮੈਂ ਜਦ ਸ਼ਸਤਰ ਨਾਮ ਮਾਲਾ ਪੜ੍ਹਦਾ, ਜਦੋਂ ਮੈਂ ਪੜ੍ਹੀ ਤਾਂ ਮੇਰੀ ਸਿੰਘ ਨੇ ਰੌਲਾ ਪਾਦਾ, ਨਾ 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 ਬੰਦ ਕਰੋ ਬੰਦ ਕਰੋ, ਮੈਨੂੰ ਤਾਂ ਅੱਗ ਲੱਗਦੀ ਹੈ। ਕਹਿੰਦੇ ਇਹ ਇੱਦਾਂ ਅੱਗ ਕਿਉਂ ਲੱਗਦੀ ਹੈ? ਮੈਂ ਕਿਹਾ ਇਹ ਵੀ ਕਾਰਨ। ਉਹ ਜਿਹੜੇ ਤੁਸੀਂ ਬਜ਼ੁਰਗਾਂ ਦੇ ਪਾਠ ਕਰਾਏ ਆ ਨਾ ਅੱਜ ਤੱਕ, ਮੈਨੂੰ ਹੱਥ ਲਾ ਕੇ ਦਿਖਾਇਓ ਤੁਹਾਡਾ ਕਿਹੜਾ ਬਜ਼ੁਰਗ ਸੱਚਖੰਡ ਨੂੰ ਗਿਆ ਹੋਇਆ, ਮੈਨੂੰ ਦਿਖਾਇਓ ਤਾਂ ਜਰਾ। ਕਿਉਂਕਿ ਤੁਹਾਡੇ ਪਾਠਿਆਂ ਨੇ ਕਿਸੇ ਇਸ਼ਨਾਨ ਨਹੀਂ ਕਿਸੇ ਨੇ ਕੀਤਾ ਹੈ, ਅੰਮ੍ਰਿਤ ਨਹੀਂ ਛਕਿਆ। ਅੰਮ੍ਰਿਤ ਛਕਿਆ ਤਾਂ ਰਹਿਤ ਨਹੀਂ ਰੱਖੀ ਹੋਈ, ਕਰੈਤੀਏ ਨੇ ਉਹ, ਸੰਥਿਆ ਨਹੀਂ ਕੀਤੀ ਕਿਸੇ ਨੇ। ਜਦ ਸੰਥਿਆ ਹੀ ਨਹੀਂ ਕੀਤੀ, ਉਹ ਤਾਂ ਇੱਕ ਬਿਜ਼ਨਸ ਹੈ ਵੀ ਚੱਲ ਪਾਠ ਕਰੋ ਪੈਸੇ ਮਿਲ ਜਾਣ। ਪਾਠੀ ਗੁੱਸਾ ਵੀ ਕਰਦੇ ਇਸ ਗੱਲ ਦਾ, ਪਰ ਪਾਠੀਆਂ ਦੀ ਜਿਹੜੀ ਹਾਲਤ ਹੋਣੀ ਆ ਨਾ ਸਾਧ ਸੰਗਤ, ਜੇ ਦੱਸਦਿਆਂ ਤਾਂ ਆਪਦਾ ਹੀ ਢਿੱਡ ਨੰਗਾ ਹੁੰਦਾ। ਬਾਬਾ ਜਵਾਲਾ ਸਿੰਘ ਜੀ ਸਮਾਧੀ ਲਾ ਕੇ ਬੈਠਿਆ ਕਰਦੇ ਸੀ, ਉਹ ਗੋਦੀ 'ਚ ਆ ਕੇ ਇੱਕ ਸੱਪ ਬਹਿ ਜਾ ਕਰੇ ਵੱਡਾ ਸਾਰਾ। ਬਾਬਾ ਜੀ ਉੱਠਣ ਨਾਲੇ ਹੱਸਣ ਨਾਲੇ ਛੱਡਿਆ ਕਰਨ, ਕਾਫੀ ਸੇਵਾਦਾਰ ਨੇ ਚੱਕ ਕੇ ਛੱਡਿਆ। ਉਹ ਕਈ ਵਾਰ ਗੋਦੀ 'ਚ ਕਹਿੰਦੇ ਲੈ ਵੀ ਟੋਆ ਪੱਟ, ਹੁਣ ਅੱਜ ਕੜਾਹ ਪ੍ਰਸ਼ਾਦ ਬਣਾ। ਟੋਆ ਪੱਟਿਆ, ਕੜਾਹ ਪ੍ਰਸ਼ਾਦ ਬਣਾਇਆ, ਉਹ ਸੱਪ ਨੂੰ ਵਿੱਚ ਸੁੱਟਿਆ, ਅਰਦਾਸ ਕੀਤੀ, ਉਹਨੂੰ ਵੀ ਕਿਣਕਾ ਦਿੱਤਾ, ਅਰਦਾਸ ਕਰਕੇ ਉੱਤੋਂ ਸਾਰੀ ਮਿੱਟੀ ਪਾਤੀ। ਸੇਵਾਦਾਰ ਕਹਿੰਦਾ ਬਾਬਾ ਜੀ ਮੈਨੂੰ ਵੀ ਦੱਸੋ ਇਹ ਕੀ ਚੀਜ਼, ਗੱਲ ਕੀ ਹੈ, ਇਹ ਕੌਣ? ਓਏ ਕਹਿੰਦੇ ਹੈ ਕੁਛ ਨਹੀਂ, ਮੈਂ ਜਦੋਂ ਫੌਜ ਵਿੱਚ ਸੀ ਨਾ, ਮੈਂ ਗੁਰਦੁਆਰਾ ਸਾਹਿਬ 'ਚ ਬਹਿ ਕੇ ਰਾਤ ਨੂੰ ਸਮਾਧੀ ਲਾ ਲੈਂਦਾ ਸੀ। ਕਹਿੰਦੇ ਇਹ ਤਾਰ ਨੂੰ ਲੁੱਕ ਲਾ ਕੇ ਨਾ ਗੋਲਕ 'ਚੋਂ ਪੈਸੇ ਕੱਢੀ ਜਾਂਦਾ ਹੁੰਦਾ ਸੀ। ਕਹਿੰਦੇ ਮੈਨੂੰ ਬੜਾ ਕਿਹਾ, ਓਏ ਤੂੰ ਵੀ ਮੇਰੇ ਲਾਗੇ ਬਹਿ ਜਾ, ਜਾ ਪਰਲੋਕ ਸਵਾਰ ਲਾ। ਕਹਿੰਦੇ ਛੱਡੋ ਬਾਬਾ ਜੀ, ਕਿਹਨੇ ਦੇਖਿਆ ਲੋਕ ਪਰਲੋਕ, ਮੌਜਾਂ ਕਰਾਂਗੇ ਪੈਸਿਆਂ ਨਾਲ। ਕਹਿੰਦੇ ਇਹਦੀ ਸੁਰਤੀ ਉਹ ਮਾਇਆ ਖਰਚ ਤਾਂ ਕੀਤੀ ਨਹੀਂ, ਇਹ ਜਮਾ ਹੀ ਕਰਦਾ। ਆ ਜਿਹੜੇ ਜਮਾ ਕਰਦੇ ਆ ਨਾ, ਸੁਣ ਲਓ, ਸੱਪ ਬਣੋਗੇ ਫਿਰ। ਕਿਉਂ? ਸੁਰਤ ਸ਼ਬਦ ਤਾਂ ਜੋੜਿਆ ਹੀ ਨਹੀਂ ਤੁਸੀਂ। ਸੁਰਤ ਮਿਲ ਮਾਇਆ ਸੁਰਤ ਗਵਾਈ, ਅੰਤ ਕਾਲ ਜੋ ਲక్ష్ਮੀ ਸਿਮਰੈ, ਅੰਤ ਕਾਲ ਜੋ ਮੰਦਰ ਸਿਮਰੈ, ਉਹ ਸ਼ਬਦ ਹੈ ਸਾਰਾ, ਪੜੋ। ਸੁਰਤ ਜਿੱਥੇ ਗਈ ਉੱਥੇ ਆਤਿਸ਼ਬਾਜ਼ੀ ਐ ਸਿੱਧੀ ਖੜੀ ਕਰਕੇ ਛੱਡ ਦੋ, ਸਿੱਧੀ ਜਾਂਦੀ ਹੈ। ਕਈ ਵਾਰ ਅਸੀਂ ਅੱਗ ਲਾ ਕੇ ਨਾ, ਨਿਆਣੇ ਹੁੰਦੇ ਦੌੜ ਲੈਣਾ, ਉਹ ਬੋਤਲ ਡਿੱਗ ਪੈਣੀ ਜਾਂ ਟੇਢੀ ਹੋ ਜਾਣੀ, ਫਿਰ ਉਹ ਘਰ 'ਚ ਹੀ ਵੜ ਜਾਂਦੀ ਸੀ ਕਿਸੇ ਦੇ, ਜਾਂ ਫਿਰ ਉਹ ਥੱਲੇ ਹੀ ਘੁਰ ਘੁਰ ਕਰਕੇ ਖਤਮ ਹੋ ਜਾਂਦੀ ਸੀ। ਸੁਰਤ ਹੈ, ਜੇ ਤਾਂ ਸੁਰਤ ਸ਼ਬਦ ਵਿੱਚ ਰਹੇਗੀ ਤਾਂ ਪਾਰ ਉਤਾਰਾ ਹੋ ਗਿਆ। ਜੇ ਸੁਰਤ ਮਾਇਆ 'ਚ ਰਹੇਗੀ ਤਾਂ ਸੱਪ ਬਣ ਗਿਆ, ਘਰ 'ਚ ਰਹੇਗੀ ਤਾਂ ਪ੍ਰੇਤ ਬਣ ਗਿਆ, ਜੇ ਲੜਕਿਆਂ 'ਚ ਰਹੇਗੀ ਤਾਂ ਫਿਰ ਸੂਰੀ ਦਾ ਜਨਮ ਹੋ, ਫਿਰ ਕਈ ਨਿਆਣੇ ਹੋਣਗੇ। ਤੁਰਿਆ ਫਿਰ ਘੁਰ ਘੁਰ ਕਰਦਾ, ਨਾਲੋਂ 18 ਬੱਚੇ ਉਹ ਵੀ ਲਈ ਫਿਰ ਆਪਣੇ। ਤੁਸੀਂ ਕਦੇ ਬਾਣੀ, ਮੈਂ ਇੰਨੀ ਤਾਈਓ ਕਥਾ ਰਿਕਾਰਡ ਕੀਤੀ ਸੀ ਵੀ ਇਹ ਸਾਰੀ ਕੌਮ ਸੁਣ ਲੂਗੀ ਤੇ ਸੁਣ ਕੇ ਇਹਨੂੰ ਅਕਲ ਆ ਜਾਊਗੀ, ਪਰ ਤੁਸੀਂ ਪਤਾ ਨਹੀਂ ਕਿਹੜੀ ਮੌਜ ਮਸਤੀ 'ਚ ਫਿਰਦੇ ਹੋ, ਬਸ ਸੁਣਦੇ ਹੀ ਨਹੀਂ ਗੱਲ। ਪਰ ਫਿਰ ਵੀ ਤਰਸ ਇਹ ਆਉਂਦਾ, ਜਿਵੇਂ ਸੁਖਦੇਵ ਮੁਨੀ ਜੀ ਤੁਰੇ ਜਾਂਦੇ, ਉਹ ਬਿੱਛੂ ਜਾਂਦਾ ਪਾਣੀ 'ਚ, ਉਹ ਉਹਨੂੰ ਕੱਢਿਆ ਹੱਥ ਨਾਲ, ਬਿੱਛੂ ਆ ਉਹਨੇ ਡੰਗ ਮਾਰਤਾ, ਉਹ ਫੇਰ ਐ ਝੰਡਕਦਾ, ਕਹਿੰਦੇ ਨਹੀਂ ਨਹੀਂ ਮੈਂ ਬਚਾਉਣਾ ਹੀ ਆ ਇਹਨੂੰ। ਫੇਰ ਐ ਕੱਢਿਆ, ਫੇਰ ਡੰਗ ਮਾਰਤਾ, ਫੇਰ ਕੱਢਿਆ, ਫੇਰ ਡੰਗ ਮਾਰਤਾ। ਸੇਵਾਦਾਰ ਕਹਿੰਦਾ ਮਰਨ ਤੋਂ ਪਰੇ ਮਹਾਰਾਜ, ਕੀ ਤੁਸੀਂ ਇਹਨੂੰ ਬਾਰ-ਬਾਰ ਕੱਢ ਕੇ ਡੰਗ ਮਰਾਈ ਜਾਂਦੇ ਹੋ? ਕਹਿੰਦੇ ਇੱਕ ਗੱਲ ਦੇਖ, ਜਦ ਇਹ ਨਹੀਂ ਆਪਦਾ ਸੁਭਾਅ ਛੱਡਦਾ ਪਸ਼ੂ ਹੋ ਕੇ, ਪਸ਼ੂ ਬਿਰਤੀ ਹੈ, ਫਿਰ ਮੈਂ ਆਪਦਾ ਸੰਤ ਸੁਭਾਅ ਕਿਉਂ ਛੱਡਾਂ? ਸੰਤ ਨਾ ਛੱਡੇ, ਸੰਤ ਹੀ ਜੋ ਕੋਟਕ ਮਿਲਿਆ ਸੰਤ। ਸੰਤ ਆਪਦਾ ਸੁਭਾਅ ਨਹੀਂ ਛੱਡਦੇ, ਇਹ ਦੁਖੀ ਆਪਦਾ ਸੁਭਾਅ ਨਹੀਂ ਛੱਡਦੇ। ਇਸ ਕਰਕੇ ਆਪਾਂ ਆਪਣਾ ਸੁਭਾਅ ਨਹੀਂ ਛੱਡਣਾ ਗੁਰਮੁਖਾਂ ਵਾਲਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਬੜੇ ਲੋਕ ਸਾਡੇ ਰੌਲਾ ਪਾਉਂਦੇ ਆ, ਬੜਾ ਕੁਛ ਕਰਦੇ ਆ, ਔਰ ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਉਹ ਦੇਗ ਦੀ ਖੁਸ਼ਬੂ ਸੰਗੀ, ਬਾਕੀ ਦੀਆਂ ਕਲੀਅਰ ਹੋ ਜਾਣਗੀਆਂ। ਯਕੀਨ ਰੱਖੋ, ਜਿੱਦਣ ਕਲੀਅਰ ਹੋਣ ਲੱਗ ਪਈਆਂ ਨਾ, ਫੇਰ ਭੱਜਣਗੇ। ਹਾਂ ਵੀ ਉਹ ਤਾਂ ਫਲਾਣੇ ਨਾਲ ਹੋਏ। ਮੈਂ ਕਿਹਾ ਅਸੀਂ, ਤੁਸੀਂ ਜਿੰਨੀਆਂ ਲਈ ਫਿਰਦੇ ਹੋ, ਤੁਹਾਡੇ ਕੋਲ ਤੇ ਇੱਕ ਕਿਣਕਾ ਮਾਤਰ ਗੱਲਾਂ, ਤੁਸੀਂ ਆਪਣਾ ਕਿਣਕਾ ਵੱਡਾ ਬਣਾਉਂਦੇ ਹੋ, ਸਾਨੂੰ ਛੋਟਾ ਕਰਦੇ ਹੋ ਜਾਣ ਕੇ। ਇਸ ਕਰਕੇ ਤੁਹਾਡੇ 'ਚ ਨੁਕਸਿਆਂ ਨੂੰ ਦੂਰ ਕਰੋ। ਪਹਿਲੀ ਗੱਲ ਤਾਂ ਇਹ ਵੀ ਅੰਮ੍ਰਿਤ ਜ਼ਰੂਰ ਛਕੋ, ਗੁਰੂ ਵਾਲੇ ਬਣੋ, 5 ਪਿਆਰੇ। ਦੇਖੋ ਇਹ ਗੱਲ ਮੈਂ ਕਹਿਣਾ, ਚਾਹੇ ਠੀਕ ਹੈ ਕਈਆਂ ਨੂੰ ਇਤਰਾਜ਼ ਵੀ ਹੁੰਦਾ ਇਹਨਾਂ ਗੱਲਾਂ ਦੇ ਉੱਤੇ,
गुस्सा भी करी पाठी, मैं कहना गुस्सा करते हैं। पाठी अपना जीवन बनाउण बई संथ्या करन, बिना संथ्या तो पाठ ना करन। रागियां नूं चाहिदा अपना जीवन बनाउण। इसे प्रकार जिहड़े अमृत संचार विच 5 सिंह लगदे आ ना, जां अमृत की मर्यादा जो महाराज ने बख्शी आ ना, वो उलट पुलट होई पई है। मैं जिथे मैं सारे थावां ते विचरदा, मैं जाके देखदा ये तो होर ही कुछ होई जांदा भी जो 5 प्यारिਆਂ ਨੂੰ बख्शिश महाराज ने टकसाल च कीती सी। अज मैं तुहानूं कई बार ये चीज़ दसी आ कि खंडा बाटा लोहे, सर्वलोह दे बाटे सारे, सर्वलोह दी श्री साहब। जे पित्तल का भी टांका लग्या होवे असीं वो भी श्री साहब नहीं लैंदे, सर्वलोह दी लई दी पूरी दी पूरी, स्पैशल कह के बनवाई दियां हो। मैं किसी महापुरुष कहते कोई कहने अमर संचार अपने तुसीं चलो चंगा हो गया, आ गया अपना एक सिंह बीमार हो गया तो 5 प्यारिਆਂ लग जाओ। मैं जी केसी इशनान ही करना, बस मैं केसा जाल पा के दस्तार सजा ली। जद असी सारियां अरदासां कीतियां और वो जी टैची खोल के स्टील का बाटा कढ़ लिया तो स्टील का खंडा। मैं बड़ा हैरान हो गया, ये की है? वो फिर ਉਹ ਲੋਹੇ ਨੂੰ ਜੰਗਾਲ ਲੱਗ ਜਾਂਦਾ ਨਾ, ਅਸੀਂ ਸਟੀਲ ਦਾ ਹੀ ਰੱਖਿਆ ਖੰਡਾ। ਇਹ ਦੇਖੋ ਬਾਬਾ ਜੀ ਗੱਲਾਂ ਹੁਣ ਸੁਣਨ ਵਾਲੀਆਂ ਵੀ ਇਹ ਕੀ ਅੰਮ੍ਰਿਤ ਸੰਚਾਰ ਹੋਊਗਾ ਇਹਦਾ। ਮੈਂ ਜਿਹਨੇ ਜਪਜੀ ਸਾਹਿਬ ਪੜ੍ਹਿਆ ਉਹਨੇ ਉਦਾਂ ਹੀ ਖੰਡਾ ਫੇਰੀ ਗਿਆ, ਬੋਲੇ ਹੀ ਨਹੀਂ ਕੁਛ। ਜਦੋਂ ਮੈਂ ਜਾਪ ਸਾਹਿਬ ਪੜ੍ਹਿਆ ਮੈਂ ਬੋਲ ਕੇ ਪੜ੍ਹਿਆ, ਬਾਕੀਆਂ ਨੇ ਗੁਪਤ ਪੜ੍ਹੀਆਂ। ਮੈਂ ਕਿਹਾ ਇਹ ਕੀ ਹੈ? ਜੇ ਬਾਣੀ ਬੋਲੋਗੇ ਨਹੀਂ ਉਹਦੇ ਤੇ ਅਸਰ ਕਿਵੇਂ ਜਾਊਗਾ? कहना नहीं साडे संत कहते सी गुप्त करो। हुण गुप्त का भी मैनूं पता क्यों, जिहड़ियां साधु संतां कोल चीज़ां सिद्ध कीतियां हुंदियां ये दौड़ जांदियां, चक्कर ते विचला ये पैंदा। आ जिहड़ी कृपान नहीं पाउण दिंदे, ये भी तजर्बे मेरे को प्रैक्टिकली सारियां चीज़ां ने। किसी सिंह ने कोई चीज़ सिद्ध कर ली, वो सीगा तां पेंडू जाण जा, वो मैं हंसाली वाले संतां कोल लै गया। वो कहना जी मैं आ फलाना फलाना है सिद्ध किया। कहते फिर संत हसी जान नाले कपड़ा लैके मूँह ते कहते फिर कहें जी वो उत्ते बैठा चवारे ते। कहना मैनू कि तू आ मेरे कोले। कहना भला आ ला जी पाई हुई है। बाबा जी कहने फिर वो तकड़ा कि ये तकड़ी है। श्री साहब तो चीज़ां डरदियां ने, इसे करके श्री साहब लुहा दिंदे ने। नित ने जिहड़ा कहने भिंडरां का अमृत करड़ा है, वो करड़ा इसे करके ही आ। रिद्धियां सिद्धियां सारियां दौड़ जांदियां, उहड़े माड़ियां चीज़ां सिद्ध कीती। एक संत नूं भी अमृत छकाया सी, इधर नौ भुल गया मैनूं, रामपुर खेड़े आए वो संत कहते वो गल सुन अमृत छक लै, संगत नूं भी प्रेरणा दे, तूं आ की उड़ाई जिन्ना खेस वाह जी। खैर जी उन्हें अमृत छक लिया। अगले साल नूं जदों मिलिया कृपान है ही ना। संत कहते कृपान ला दी। कहना महाराज मेरी रोटी पानी तुसीं तां बंद कराता। कहते क्यों? कहना चीज़ां ही सारियां दौड़ गईयां कृपान पाउण नाल। अद्धियां कृपान पान धारियां करोड़ पाप टारियां। 10वें पातशाह ने लिखिया जे कृपान हत्थ च भी फड़ लो ना करोड़ां पाप ही टल जाते। लोगों ने देखे इन्हां को ताकत कित्थों आउंदी है। अहमद शाह अब्दाली ने पूछा सी इन्हां को कित्थों ताकत आउंदी? कहंदे जदों आबे हयात दरबार साहब है, जदों आबे हयात च नहा लैंदे ने, उत्थों रज के जल छक लैंदे ने, अथा पावर पैदा हो जाए। कहना पहला आबे हयात नूं ढाहो। उन्हें फिर दरबार साहब ढा के सरोवर पूर के ते कणक बीजती सी। दुश्मन साडा ये देखदा भी सिखां नूं पावर कित्थों मिली। ये निशान साहब नूं देख के बड़े जकारे छड्डदे, इन्हां कहो निशान साहब मत्था नहीं टेकना ते कोल ही ना जाण दो इन्हां नूं। जोत ते शहीद सिंह आउंदे, शहीद सिंघां दा आउणा बंद करो। पहलां तां ब्रह्म कवच नाल शहीद फौजां बहुत आउंदे, ब्रह्म कवच दा बहुत प्रचार कीता तां उल्ट सी। कहंदे लल्लू करे एक लल्लियां रब सिद्धियां पावे। ਜਿਹੜੇ ਘਰਾਂ 'ਚ ਬ੍ਰਹਮ ਕਵਚ नहीं सी जाना उत्थे भी भेजता इन्हां ने। इन्हां दे आपदे बंदे ही बड़ी मुसीबत वो भी करन लग गए। हुण जिहड़ी शक्ति अपनी गुरु ग्रंथ साहिब कोले जोत विच निशान साहब दे विच सरोवरां दे विच आ सरोवर ही तां जिहड़ा बाटा रखिआ जांदा, जल पाया जांदा, 5 बाणियां खंडा फेर के
फिर वो छकाया जाता। ਜਿਹੜਾ दरबार साहब ਦੇ ਵਿਚਕਾਰ प्रकाश, जिन्नी बाणी का प्रकाश है सारा सरोवर ਵਿੱਚ ਸਮਾ ਜਾਂਦਾ। पहले पातशाह ने उत्थे इशनान किया। हुण तुसीं कहो ਉਹ ਤਾਂ उदों हरमंदर साहब नहीं सुनता। कथा सुनो कथा। पहले पातशाह उत्थे पहले ही बैठ के सी जदों अहमदाबाद नूं गए सी, उत्थे बिठा के भाई मरदाने तो कीर्तन करवाया जिथे हर की पौड़ी दे चूड़ा लेंदे आपां। महाराज उत्थे पहला ही गुरु अंगद देव जी उत्थे तक आउंदे सी, खडूर साहब तो जो छड्डण तां उत्थे तक बहिंदे, उत्थे इकट्ठे बहना। तीजे पातशाह दा पिंड नाल बासर के सी, महाराज उत्थे तां जांदे सी। चौथिਆਂ ਨੂੰ हुक्म है मोड़ी गड्ड दो। थोड़े दिमाग 'ਚ कई गल्लां नहीं पैंदियां। कई कहंदे गुरु ग्रंथ साहिब 6 ਸਰੂਪਾਂ ਦੀ बाणी है, भुलेखा पाउण दे मारे। नहीं नहीं, ਜਿਹੜੇ ਸਰੂਪ ਨੂੰ ਤੁਸੀਂ ਮੱਥਾ ਟੇਕਦੇ ਹੋ ਇਹ 10 ਗੁਰਾਂ ਦੀ ਬਾਣੀ ਹੈ। ਮੈਂ ਤਾਂ ਕਹਿੰਦਾ ਇਹ 10ਵੇਂ ਪਾਤਸ਼ਾਹ ਦੀ ਬਾਣੀ ਹੈ ਸਾਰੀ। ਜਿਹੜਾ ਸਰੂਪ ਕਰਤਾਰਪੁਰ ਸਾਹਿਬ ਧੀਰ ਮੱਲੀਆਂ ਕੋਲੇ ਆ ਨਾ, ਉਹਨਾਂ ਦੇ ਕੋਲੇ ਜਿਹੜਾ ਸਰੂਪ ਹੈ ਉਹ 'ਚ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ, ਉਹ ਬਾਅਦ 'ਚ ਦਰਜ ਕੀਤੀ 10ਵੇਂ ਪਾਤਸ਼ਾਹ ਨੇ। ਉਹਦੇ 'ਚ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੀ ਬਾਣੀ, 6ਵੇਂ ਨੇ ਪਾਤਸ਼ਾਹ ਨੇ 9 ਧੁਨਾਂ ਚੜਾਈਆਂ। ਜਦੋਂ 10ਵੇਂ ਪਾਤਸ਼ਾਹ ਨੇ ਸੰਥਿਆ ਕਰਾਈ, ਅਰਥ ਕਰਾਏ ਸੀ ਦਮਦਮਾ ਸਾਹਿਬ, ਤਾਂ ਪਹਿਲਾਂ ਉਹਨਾਂ ਨੇ ਧੀਰਮਲ ਦੇ ਭਰਾ ਕੋਲ ਭੇਜੇ ਸੀ ਸਿੰਘ 25 ਸਿੰਘ ਪਾਲਕੀ ਦੇ ਕੇ ਸਰੂਪ ਲੈ ਕੇ ਆਓ ਕਰਤਾਰਪੁਰ ਸਾਹਿਬ ਤੋਂ। ਉਹਨੇ ਜਵਾਬ ਦੇਤਾ, ਤਾਨਾ ਮਾਰਿਆ ਵੀ ਜੇ ਇੰਨੀ 10ਵੇਂ ਪਾਤਸ਼ਾਹ ਆਪਣੇ ਆਪ ਨੂੰ ਕਹਾਉਂਦੇ ਆ, ਆਪੇ ਲਿਖ ਲੈਣ ਜੇ ਅੰਤਰਜਾਮ ਤਾਂ ਉਹਨਾਂ ਨੂੰ। ਸਿੰਘ ਨੇ ਆ ਕੇ ਇਹ ਗੱਲ ਜਦੋਂ ਕਹੀ, ਸਰੂਪ ਤਾਂ ਭਾਈ ਕੀ ਡਰੋਲੀ ਵੀ ਪਿਆ ਸੀ, ਮੰਗਾ ਵੀ ਸਕਦੇ ਸੀ। ਮਹਾਰਾਜ ਕਹਿੰਦੇ ਸਿੱਖ ਇਹ ਇਹੋ ਜਿਹੇ ਨੇ ਕਲਯੁਗੀ, ਇਹਨਾਂ ਨੇ ਵਾਕਈ ਸੋਚਣਾ ਵੀ ਮਹਾਰਾਜ ਨੂੰ ਅੰਤਰਜਾਮ ਤਾਂ ਹੈ ਨਹੀਂ। ਕਹਿੰਦੇ ਲਓ ਕਾਗਜ਼ ਸਿਆਹੀ ਦਵਾਤ ਕਰਨੀ ਦਾ ਇੰਤਜ਼ਾਮ ਕਰੋ। ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ 64 ਸਾਲ ਦੀ ਉਮਰ 'ਚ, ਉਹ ਸਾਰਾ ਬਣਾ ਕੇ ਚੌਂਕੀ ਉੱਥੇ ਬੈਠੇ ਲਿਖਣ। ਭਾਈ ਮਨੀ ਸਿੰਘ ਕਹਿੰਦੇ ਮਹਾਰਾਜ ਜੀ ਮੇਰੀ ਤਾਂ ਇੰਨੀ ਹਿੰਮਤ ਨਹੀਂ ਮੈਂ ਲਿਖ ਸਕਾਂ, ਮੇਰੇ ਤਾਂ ਹੱਥ ਕੰਬਦੇ ਆ, ਸਰੀਰ ਕੰਬਦਾ। ਕਹਿੰਦੇ ਭਾਈ ਮਨੀ ਸਿੰਘ ਐ ਲਾਉਣੀ ਆ ਨਾਲ, ਚੱਲਣੀ ਆਪੇ ਹੀ ਹੈ, ਤੁਸੀਂ ਕੁਝ ਨਹੀਂ ਲਿਖਣਾ, ਅਗੰਮੀ ਕਲਮ ਚੱਲੂਗੀ। ਅਗੰਮੀ ਰਵਾਬ ਚੱਲਦੀ ਸੀ ਨਾ ਗੁਰੂ ਨਾਨਕ ਸਾਹਿਬ ਦੀ। ਕਹਿੰਦੇ ਮਰਦਾਨਾ ਕਹਿੰਦਾ ਮੈਨੂੰ ਵਜਾਉਣੀ ਤਾਂ ਆਉਂਦੀ ਨਹੀਂ। ਉਹ ਤੂੰ ਤੇ ਕਹਿੰਦੇ ਉਹ ਉੱਤੇ ਰੱਖ ਲੈ ਗੱਜ ਆ, ਤੂੰ ਤੇ ਐਂ ਬੈਠੇਗਾ ਇਹ ਤੇ ਆਪੇ ਹੀ ਚੱਲਣੀ, ਆਪੇ ਰਾਗ ਨਿਕਲ ਹੀ ਜਾਣੇ ਆ, ਆਪੇ ਹੀ ਕੀਰਤਨ ਹੋਈ ਜਾਣਾ। ਉਸ ਵਕਤ ਮਹਾਰਾਜ ਜੀ ਨੇ ਫਿਰ ਲਾ ਕੇ ਸਮਾਧੀ ਸ਼ੁਰੂ ਕਰਾਇਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਲਿਖਿਆ। ਫਿਰ 18 10 20 ਤੱਕ 9ਵੇਂ ਪਾਤਸ਼ਾਹ ਦੀ ਸਾਰੀ ਬਾਣੀ ਵਿੱਚ ਦਰਜ ਕੀਤੀ। ਕਹੋ ਕਬੀਰ ਜਨ ਭਏ ਖਲਾਸੇ ਨੂੰ ਬਦਲ ਕੇ ਖਾਲਸੇ ਕਰਤਾ। ਇਹ ਅੱਜ ਦੇ ਸਿੱਖ ਅੜ ਗਏ ਮੂਹਰੇ, ਤੁਸੀਂ ਖਲਾਸੇ ਕਿਵੇਂ ਕਰ ਸਕਦੇ, ਖਾਲਸੇ ਕਿਵੇਂ ਕਰਤਾ। ਸਤਿਗੁਰੂ ਕਹਿੰਦੇ 22 ਸ਼ਹੀਦੀਆਂ ਦਿੱਤੀਆਂ ਪਰਿਵਾਰ ਦੀਆਂ, ਗੁਰਤਾ ਗੱਦੀ ਦੇ ਮਾਲਕ ਆ ਤਾਂ ਬਦਲ ਸਕਦੇ, ਹੋਰ ਨਹੀਂ ਕੋਈ ਬਦਲ ਸਕਦਾ। ਸ਼ਹੀਦੀਆਂ ਦੇ ਕੇ ਬਦਲ। ਤਾਈਓ ਢਿੱਲਵਾਂ ਵੀ ਪੰਕਤੀ ਜਦੋਂ ਬਦਲੀ, ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ। ਕਹਿੰਦੇ ਤੁਸੀਂ ਕਿਵੇਂ ਪੰਕਤੀ ਬਦਲ ਸਕਦੇ ਹੋ, ਰਾਮ ਰਾਏ ਨੂੰ ਤੁਸੀਂ ਕੱਢਤਾ ਸੀ 7ਵੇਂ ਰੂਪ 'ਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰਾ ਪਰਿਵਾਰ ਵਾਰਿਆ, ਸਰਬੰਸ ਵਾਰਿਆ, ਪ੍ਰੈਕਟੀਕਲੀ ਕਰਕੇ ਦਿਖਾਇਆ। ਤੁਰਕਾਂ ਦਾ ਰਾਜ ਗਰਕ ਕਰਕੇ ਤਾਂ ਲਿਖਿਆ ਤੁਰਕ ਪਠਾਣੀ ਅਮਲ ਗਿਆ। ਇਸ ਕਰਕੇ ਇਹ ਜਿਹੜਾ ਸਰੂਪ ਹੈ ਇਹ ਪ੍ਰਕਾਸ਼ ਜਦੋਂ ਕਰੋ, ਬਿਲਕੁਲ ਪਹਿਲਾ ਅੰਗ ਦੇਖੋ ਉੱਥੇ ਬਿਲਕੁਲ ਗੋਲ ਦਾਇਰੇ 'ਚ ਇੱਕ ਮੋਹਰ ਬਣੀ ਹੋਈ ਹੈ, ਉਹ ਲਿਖਿਆ ਬੀੜ ਦਮਦਮੀ। ਬੀੜ ਦਮਦਮੀ, ਇਹ ਦਮਦਮਾ ਸਾਹਿਬ ਸਰੂਪ ਲਿਖਿਆ। ਕਲਗੀਧਰ ਦੀ ਰਸਨਾ ਤੋਂ ਉਚਾਰਨ ਹੋ ਕੇ ਇਹ ਸਰੂਪ ਜਿਹੜਾ ਉਹਨਾਂ ਏਕਤਾ ਜਣਾਈ ਹੈ ਵੀ ਕੱਲ ਨੂੰ ਕੋਈ ਇਹ ਨਾ ਕਹੇ ਵੀ 10ਵੇਂ ਪਾਤਸ਼ਾਹ ਦੇ ਇਹ 'ਚ ਬਾਣੀ ਨਹੀਂ। ਇੱਕ ਓਂਕਾਰ ਤੋਂ 18 10 20 ਤੱਕ 10ਵੇਂ ਪਾਤਸ਼ਾਹ ਦੀ ਹੋਈ ਲਿਖੀ ਹੋਈ ਸਾਰੀ ਬਾਣੀ, ਭਾਈ ਮਨੀ ਸਿੰਘ ਦੀ ਲਿਖੀ ਹੋਈ। ਤੁਸੀਂ ਕਿੱਦਾਂ ਕਹਿੰਦੇ ਮੈਂ 10ਾਂ ਦੀ ਬਾਣੀ ਨਹੀਂ ਹੈ, ਇਹ ਤਾਂ ਉਹਨਾਂ ਦੀ ਕਲਗੀਧਰ ਦੀ ਰਸਨਾ ਤੋਂ ਉਚਾਰਨ ਹੋਈ ਹੋਈ ਸਾਰੀ ਬਾਣੀ ਲਿਖੀ ਭਾਈ ਮਨੀ ਸਿੰਘ ਨੇ।
फिर आप सुनी 48 घंटे अखंड पाठ उत्थों आरंभ होया अपना। पहला तो होया वैसे पहला तो 9वें पातशाह वेले आरंभ होया उत्थे बनारस, पर असल अपना मर्यादा जपजी साहब रखना, कुंभ, नारियल, जोत, और कलगीधर जी ने 48 घंटे समाधि ला के आप पाठ सुने। उत्थे लक्कड़ का फट्टा रखा होया सी, गागर जल दी भर के आउंदी सी, सवेरे 2 बजे बस्तर उतार के उत्थे बैठे जल पवा लेना, उत्थे ही बस्तर बदल लेने हैं, उत्थे ही सुक्का फट्टा रख के फिर बह जाना, सुनाई जाओ गई। 48 घंटे अपने जो कोई बह के पाठ नहीं सुन सकता। एक टक एक रस महाराज ने आप पाठ सुन के कहने ठीक है, हुण सारा पाठ ठीक लिखा गया। ये महाराज ने आप सुनिया, मर्यादावां उन्हां चलाइयां, आप स्वरूप सारा उच्चारण किया। महाराज 10वें पातशाह लिखिया भी है बचित्र नाटक च भी जेड़ा बंदा साढ़े 10 स्वरूपों च फर्क समझूगा वो महामूर्ख आदमी है। 10 स्वरूपों च गुरु ग्रंथ साहिब कोई फर्क नहीं है। आप सतगुरु सच्चे पातशाह हाजर नाजर ने, इस करके कलगीधर महाराज सच्चे पातशाह नूं सारे उन्हां दे दसे होए असूलां दे उत्ते चलो। एक बेनती करनी है, अमर शहीद धन धन साहिबजादे बाबा जुझार सिंह दा जन्मदिन 9 अप्रैल नूं मना रहे हैं चमकौर साहब। जदों फतेहगढ़ साहब जाते सी कहने फलाने संत उत्ते खड़े रोई जाते सी, कोई महापुरुष कहंदा उत्ते लंघ नहीं हुंदा। मैं कहा भी जदों जाते हैं बड़ा, हाँ उन्हां दी कोई कविता नहीं सुन सकते, बड़ा दुख हुंदा। एक दिन एवें ख्याल आया भी शहीदी दिन ही मनाउंदे, जन्मदिन तो मनाउंदे ही नहीं। बाबा अजीत सिंह जी अंसाली वाले कहते हुंदे सी जे जन्म होया ताइयों शहीदी होई है, जन्मदिन तो किसे दा मनाउंदे नहीं, शहीदियां मनाउण तुर पे ने। जदों मैं 30 नवंबर नूं गया, पक्का ही आ तो श्रोमणी कमेटी वालों तो वही रखिया दिन, तो वैसे होर ने देसी तरीकों च। चलो खैर मैं एक महापुरख नाल गल कीती, मैं कहा जी नहीं करदा मनाउण नूं, वो दिन होर आ, वो दिन होर आ। संतां ने मैनूं उदाहरण पता की दित्ती, कहते जे ब्याह दे विच रख लिया, ब्याह च रुस के नहीं बैठी दा, कहते उही जी गुलाबी जी पग बन के जंच नाल ही रल लो, है तो ब्याह ही है। कहते है तो गुरपुरब भी है, हुण जे वो करते हैं तो तुसीं भी अपनी पग बन के नाल ही रल जाओ। ठीक आ, मैं चल ठीक आ। मैं गया 30 नवंबर नूं उत्थे, मैं गया उस हिसाब नाल भी अज बाबा जी का जन्मदिन, अज आया होऊगा, पता नहीं की होऊगा। जदों उत्थे गया कुछ भी ना, मैं लंगर च गया, मैं बाबा सेवा सिंह जी कार सेवा वालों सोचा कड़ी बनी हो, आ बनो उत्थे 36 पदार्थ, उत्थे मां दी दाल ते रोटी, एक खीर सी पतली जी। मैं वो सिंह जिहड़ा सी माड़ी मोटी डेकोरेशन की, वो वाकफ अपना माली तो सिंह काफ़ी सेवा करदा हो। मैं कहा हाँ यार अज गुरपुरब है, उन्हां दा शहीदी जोड़ मिले तो बड़े पकौड़े जलेबियां बनाने तुसीं, जदों कि बनाउणियां नहीं चाहिदियां सन, बर्फियां बुरफियां कोई खुशी हुंदी है। पुराने सिंह नहीं सी बनाउंदे, पुराणियां अज तो 100 साल पहलां चिट्टे कपड़े पा के जांदे हुंदे सी संगत, गड्डियां दे उत्ते जांदे हुंदे सी, पैदल जांदे हुंदे, उत्ते बह के माईयां ने पाठ करना बस, ते सादा दाल फुलका छकना भी शहीदी जोड़ मेला है। अपने कोई नौजवान की मृत्यु हो जाए उत्थे तो नहीं वड्डा करदे, तुसीं इत्थे वड्डा करी जांदे हो। फिर असीं कहा भी वड्डा नहीं करना, असीं साहिबजादियां दे जन्मदिन मनाओ। फिर असीं 14 दसंबर नूं हुंदा बाबा फतेह सिंह दा जन्मदिन, संगत नूं बेनती भेजी, संगत ने फिर बहुत मदद की साडी, फिर बहुत चीज़ां बनाईयां, अंत नहीं छड्डिया, इन्नियां मठियाइयां तैयार कीतियां। पहली बार 7 तो लैके 10,000 संगत आई। बाबा अजीत सिंह का जन्मदिन जब मनाया चमकौर साहब, तो सारे कहते ये तो इत्थे कदे मनाया नहीं किसी ने, ये तो बाबा जुझार सिंह ने मनाउंदी संगत। मैं कहा महाराज ने मैनू प्रेरणा दी है, मनाओ उन्होंने जन्मदिन। सारे शहर वाले बड़े खुश होए, सारी संगत बड़ी खुश, जिन्ना